ਗੁੱਡ ਮਾਰਨਿੰਗ एवरीवन। ਅੱਜ ਆਪਾਂ ਜਿਹੜੀ ਪੰਜਾਬੀ ਐਮਏ ਜਿਹੜਾ ਆ ਸਮੈਸਟਰ 1 ਦੀ ਇੱਕ ਕਿਤਾਬ ਆ ਆਲੋਚਨਾ ਵਾਲੀ ਕਿਤਾਬ, ਉਹਦਾ ਚੈਪਟਰ 1 ਆ ਸਾਹਿਤ ਸਿਧਾਂਤ ਅਤੇ ਪ੍ਰਯੋਜਨ। ਉਹਦੀ ਅੱਜ ਅਸੀਂ ਰਿਵੀਜ਼ਨ ਕਰਾਂਗੇ। ਸਭ ਤੋਂ ਪਹਿਲਾਂ ਤੇ ਤੁਸੀਂ ਭੂਮਿਕਾ ਲਿਖਣੀ ਆ। ਭੂਮਿਕਾ ਵਿੱਚ ਕੀ ਪੁਆਇੰਟਸ ਲਿਖ ਸਕਦੇ ਆ। ਉਹਦੇ ਵਿੱਚ ਇਹ ਹੈਗਾ ਕਿ ਸਾਹਿਤ ਦਾ ਮੀਨਿੰਗ ਦੱਸਣਾ ਪਹਿਲਾਂ ਕਿ ਸਾਹਿਤ ਇੱਕ ਇੱਦਾਂ ਦਾ ਸਾਧਨ ਆ ਜਿਸ ਰਾਹੀਂ ਮਨੁੱਖ ਦੇ ਮਨੋਭਾਵਾਂ ਮਨੋਵੇਗਾਂ ਨੂੰ ਕਲਾਤਮਕ ਰੂਪ ਵਿੱਚ ਪ੍ਰਗਟਾਇਆ ਜਾਂਦਾ। ਕਲਾਤਮਕ ਰੂਪ ਦੇ ਵਿੱਚ ਪ੍ਰਗਟਾਇਆ ਜਾਂਦਾ ਹੈ। ਜਿੱਦਾਂ ਅਸੀਂ ਬੋਲੀ ਦੀ ਡੈਫੀਨੇਸ਼ਨ ਕੀਤੀ ਆ ਕਿ ਇੱਕ ਅਜਿਹਾ ਸਾਧਨ ਆ ਜਿਸ ਰਾਹੀਂ ਅਸੀਂ ਮਨ ਦੇ ਭੇਗ ਆਪਣੇ ਮਨ ਦੇ ਭਾਵ ਦਰਸਾਉਂਦੇ ਆ। ਇੱਦਾਂ ਹੀ ਇਹਦੇ ਵਿੱਚ ਸਾਹਿਤ ਵਿੱਚ ਬਸ ਇੱਕ ਵਰਡ ਲਿਖ ਦੇਣਾ ਕਿ ਮਨ ਦੇ ਜਿਹੜੇ ਭਾਵ ਆ ਜਾਂ ਮਨ ਦੇ ਮਨੋਵੇਗ ਆ, ਵੇਗ ਜਿਹੜੇ ਮਨ ਦੇ ਵਿੱਚ ਉੱਠਦੇ ਆ, ਉਹਨਾਂ ਨੂੰ ਕਲਾਤਮਕ ਰੂਪ ਦੇ ਵਿੱਚ ਪ੍ਰਗਟਾਇਆ ਜਾਂਦਾ ਆ। ਸਾਹਿਤ ਜਿਹੜਾ ਆ, ਹਰ ਇੱਕ ਸਾਹਿਤ ਦਾ ਇੱਕ ਸਕਾਰਾਤਮਕ ਉਦੇਸ਼ ਹੁੰਦਾ ਆ। ਸਕਾਰਾਤਮਕ ਉਦੇਸ਼ ਹੁੰਦਾ ਆ ਸਾਹਿਤ ਦਾ। ਸਕਾਰਾਤਮਕ ਮੀਨਸ ਪੋਜ਼ੀਟਿਵ ਉਦੇਸ਼ ਹੁੰਦਾ ਆ ਸਾਹਿਤ ਦਾ। ਸਾਹਿਤ ਹੁਣ ਅੱਗੇ ਦੇਖਣਾ ਕਿ ਸਾਹਿਤ ਪੈਦਾ ਕਿਵੇਂ ਹੁੰਦਾ ਆ। ਸਾਹਿਤ ਜਦੋਂ ਕੋਈ ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ ਘਟਨਾ ਮਨੁੱਖ ਦੇ ਮਨ ਭਾਵ ਜਾਂ ਮਨੁੱਖ ਦੇ ਮਨ ਦੇ ਅੰਦਰ ਇੱਕ ਟਕਰਾਉਂਦੀ ਆ ਤਾਂ ਉਹਦੇ ਅੰਦਰੋਂ ਸਾਹਿਤ ਉੱਠਦਾ ਆ। ਨੈਕਸਟ ਹੈਗਾ ਆ ਕਿ ਸਾਹਿਤ ਦੀ ਰਚਨਾ ਕਿਵੇਂ ਹੁੰਦੀ ਹੈ। ਸਾਹਿਤ ਦੀ ਰਚਨਾ ਕਿਵੇਂ ਹੁੰਦੀ ਆ? ਲੇਖਕ ਯਥਾਰਥ ਵਿੱਚ ਜੋ ਸੱਚਾਈ ਹੁੰਦੀ ਆ ਉਹਦੇ ਵਿੱਚ ਥੋੜ੍ਹਾ ਕਲਪਨਾ ਦਾ ਅੰਸ਼ ਪਾ ਦਿੰਦਾ ਆ। ਉਹਦੇ ਵਿੱਚ ਕੁਛ ਉਹ ਆਪਣੇ ਕੋਲੋਂ ਕਲਪਨਾ ਕਰਦਾ ਆ, ਕੁਛ ਸੱਚ ਹੁੰਦਾ ਆ, ਉਹਨੂੰ ਪਾ ਕੇ ਜੋ ਇੱਕ ਚੀਜ਼ ਰਚੀ ਜਾਂਦੀ ਆ ਉਹਨੂੰ ਕੀ ਕਿਹਾ ਜਾਂਦਾ ਆ? ਸਾਹਿਤ ਕਿਹਾ ਜਾਂਦਾ ਹੈ। ਨੈਕਸਟ ਹੈਗਾ ਆ ਸਾਹਿਤ ਦਾ ਅਰਥ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹਦਾ ਲਿਟਰਲ ਮੀਨਿੰਗ ਦੱਸਣਾ ਕਿ ਸਾਹਿਤ ਜਿਹੜਾ ਸ਼ਬਦ ਆ ਇਹਦਾ ਅਰਥ ਕੀ ਹੈ। ਇਹ ਦੋ ਸ਼ਬਦਾਂ ਨਾਲ ਮਿਲ ਕੇ ਬਣਿਆ ਆ, ਸਾ ਪਲੱਸ ਹਿੱਤ। ਸਾ ਦਾ ਮਤਲਬ ਹੁੰਦਾ ਨਾਲ, ਸਮੇਤ, ਅਤੇ ਹਿੱਤ ਦਾ ਮਤਲਬ ਹੁੰਦਾ ਪਿਆਰ, ਅਰਥਾਤ ਕਿਸੇ ਦੇ ਪਿਆਰ ਦੇ ਵਿੱਚ ਲਿਖੀ ਹੋਈ ਰਚਨਾ। ਸਾਹਿਤ ਜਾਂ ਕਿਸੇ ਦੇ ਹਿੱਤ ਦੇ ਨੂੰ ਮੁੱਖ ਰੱਖ ਕੇ ਹਿੱਤ ਦੇ ਨਾਲ ਲਿਖੀ ਹੋਈ ਰਚਨਾ ਨੂੰ ਕੀ ਕਹਿੰਦੇ ਆ? ਸਾਹਿਤ ਕਹਿੰਦੇ ਆ। ਉਸ ਤੋਂ ਬਾਅਦ ਇੰਗਲਿਸ਼ ਦੇ ਵਿੱਚ ਸਾਹਿਤ ਨੂੰ ਆਪਾਂ ਲਿਟਰੇਚਰ ਬੋਲਦੇ ਆ। ਲਿਟਰੇਚਰ ਦਾ ਜਿਹੜਾ ਮੂਲ ਆ ਨਾ, ਇਹ ਲਤੀਨੀ ਭਾਸ਼ਾ ਲੈਟਰੇਚਰ 'ਚੋਂ ਨਿਕਲਿਆ ਆ। ਅਤੇ ਜੋ ਲੈਟਰ 'ਚੋਂ ਨਿਕਲਿਆ ਆ, ਜਿਹੜਾ ਲੈਟਰੇਚਰ ਆ ਉਹ ਲੈਟਰ 'ਚੋਂ ਨਿਕਲਿਆ ਆ। ਹਾਂਜੀ, ਉਸ ਤੋਂ ਬਾਅਦ ਲੈਟਰ ਦਾ ਮਤਲਬ ਕੀ ਹੁੰਦਾ ਆ? ਲੈਟਰ ਦਾ ਮਤਲਬ ਹੁੰਦਾ ਆ ਅੱਖਰ। ਲੈਟਰ ਦਾ ਮਤਲਬ ਕੀ ਹੁੰਦਾ ਆ? ਅੱਖਰ। ਹੁਣ ਅਸੀਂ ਨੈਕਸਟ ਚੱਲਦੇ ਹਾਂ। ਚਲੋ, ਲੈਟਰ ਦਾ ਮਤਲਬ ਕੀ ਹੁੰਦਾ ਆ? ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ। ਲੈਟਰ ਦਾ ਮਤਲਬ ਹੁੰਦਾ ਅੱਖਰ, ਅਰਥਾਤ ਸਾਹਿਤ ਕੀ ਆ? ਅਸੀਂ ਸਾਹਿਤ ਬਾਰੇ ਪਹਿਲਾਂ ਵੀ ਪੜ੍ਹ ਕੇ ਆਏ ਆ ਪਿੱਛੇ ਕਿ ਮਨ ਦੇ ਜਿਹੜੇ ਮਨ ਦੇ ਭਾਵ ਆ ਉਹਨਾਂ ਨੂੰ ਦਰਸਾਉਣ ਵਾਲਾ ਜਿਹੜਾ ਆ ਕੋਈ ਵੀ ਕਲਾਤਮਕ ਰੂਪ ਵਿੱਚ ਜਦੋਂ ਦਰਸਾਇਆ ਜਾਂਦਾ ਆ ਅਤੇ ਉਹਨੂੰ ਸਾਹਿਤ ਕਹਿੰਦੇ ਆ। ਜਦੋਂ ਅੱਖਰ ਵਰਡ ਆ ਗਿਆ ਅਤੇ ਅਸੀਂ ਕਹਿੰਦੇ ਆ ਕਿ ਜਿਹੜਾ ਅੱਖਰਾਂ ਦੇ ਰਾਹੀਂ ਬਿਆਨ ਕੀਤੀ ਗਈ ਕਲਾ ਆ, ਕੋਈ ਕਲਾ ਆ, ਉਹਨੂੰ ਅੱਖਰਾਂ ਦੇ ਵਿੱਚ ਬਿਆਨ ਕਰਦੇ ਆ, ਆਪਾਂ ਲਿਖ ਕੇ ਬਿਆਨ ਕਰਦੇ ਆ, ਉਹਨੂੰ ਕੀ ਬੋਲਦੇ ਆ? ਸਾਹਿਤ ਬੋਲਦੇ ਆ। ਨੈਕਸਟ ਆ ਜਾਣਾ, ਆਪਾਂ ਸਾਹਿਤ ਦੀਆਂ ਕਿਸਮਾਂ ਦੀ ਗੱਲ ਕਰਦੇ ਆ। ਸਾਹਿਤ ਦੀਆਂ ਕਿਸਮਾਂ ਦੀ ਗੱਲ ਕਰਦੇ ਆ। ਇਹਦੇ ਵਿੱਚ ਸਭ ਤੋਂ ਪਹਿਲਾਂ ਕੁਇੰਟੀ ਨੇ ਕੀ ਕਿਹਾ? ਸਾਹਿਤ ਦੀਆਂ ਦੋ ਕਿਸਮਾਂ ਦੱਸੀਆਂ, ਇੱਕ ਗਿਆਨਮਈ, ਇੱਕ ਸ਼ਕਤੀਮਈ। ਇੱਥੇ ਮੈਂ GS ਲਿਖਿਆ ਨਾ, ਯਾਦ ਕਰਨ ਦੇ ਲਈ ਰੱਖਿਆ ਹੋਇਆ ਕਿ G ਅਤੇ S, ਗਿਆਨਮਈ ਅਤੇ ਸ਼ਕਤੀਮਈ। ਇੱਦਾਂ ਹੀ ਬੇਟਾ ਲਿਖਣਾ ਪੈਣਾ ਇਹ, ਪਹਿਲਾ ਗਿਆਨਮਈ, ਦੂਜਾ ਸ਼ਕਤੀਮਈ। ਸਾਹਿਤ ਉਹ ਹੁੰਦਾ ਆ ਜਿਹੜਾ ਸਾਨੂੰ ਗਿਆਨ ਦਿੰਦਾ, ਨੌਲੇਜ ਦਿੰਦਾ ਆ। ਅਸੀਂ ਕੋਈ ਸਾਹਿਤ ਪੜ੍ਹਦੇ ਹਾਂ, ਕਈ ਵਾਰੀ ਸਾਨੂੰ ਉਹਦੇ 'ਚੋਂ ਬਹੁਤ ਵਧੀਆ ਜਾਣਕਾਰੀ ਮਿਲਦੀ ਆ। ਦੂਸਰਾ ਹੈਗਾ ਸ਼ਕਤੀਮਈ, ਕਈ ਵਾਰੀ ਅਸੀਂ ਉਹਨੂੰ ਦੇਖ ਕੇ ਸ਼ਕਤੀਮਈ ਮਤਲਬ ਸ਼ਕਤੀ ਮਹਿਸੂਸ ਕਰਦੇ, ਸਾਡੇ ਅੰਦਰ ਪਾਵਰ ਆ ਜਾਂਦੀ ਆ ਅਤੇ ਅਸੀਂ ਉਹਨੂੰ ਫਿਰ ਉਸ ਤਰ੍ਹਾਂ ਦੇ ਸਾਹਿਤ ਨੂੰ ਕੀ ਕਹਾਂਗੇ? ਸ਼ਕਤੀਮਈ ਸਾਹਿਤ। ਆਰਨੋਲਡ ਬੈਨਟ ਨੇ ਸਾਹਿਤ ਦੀਆਂ ਫਿਰ ਦੋ ਕਿਸਮਾਂ ਦੱਸੀਆਂ। ਇਹਨੇ ਕਿਹਾ ਸੂਚਨਾਤਮਕ ਅਤੇ ਦੂਜਾ ਪ੍ਰੇਰਨਾਤਮਕ। ਸੂਚਨਾਤਮਕ ਸਾਹਿਤ ਅਤੇ ਪ੍ਰੇਰਨਾਤਮਕ ਸਾਹਿਤ। ਸੂਚਨਾਤਮਕ ਸਾਹਿਤ ਨਾਮ ਤੋਂ ਹੀ ਪਤਾ ਚੱਲਦਾ ਕਿ ਜਿਹੜਾ ਸਾਹਿਤ ਸਾਨੂੰ ਸੂਚਨਾ ਦਿੰਦਾ ਆ। ਇੱਦਾਂ ਹੀ ਪ੍ਰੇਰਨਾਤਮਕ ਸਾਹਿਤ, ਜਿਹੜੇ ਸਾਹਿਤ ਨੂੰ ਪੜ੍ਹ ਕੇ ਸਾਨੂੰ ਕੋਈ ਕੰਮ ਕਰਨ ਦੀ ਪ੍ਰੇਰਨਾ ਮਿਲਦੀ, ਉਹਨੂੰ ਪ੍ਰੇਰਨਾਤਮਕ ਸਾਹਿਤ ਕਿਹਾ ਜਾਂਦਾ ਆ। ਨੈਕਸਟ ਹੈਗਾ ਆ, ਐਂਬਰ ਕ੍ਰੌਸਬੀ ਨੇ ਕਿਹਾ ਆ ਕਿ ਸਾਹਿਤ ਦੀਆਂ ਦੋ ਕਿਸਮਾਂ ਆ। ਇਹ ਅਸੀਂ ਤਿੰਨ ਜਿਹੜੇ ਆ, ਤਿੰਨਾਂ ਦਾ ਯਾਦ ਕਰ ਲੈਣਾ ਕਿ ਕੁਇੰਟੀ ਦੇ ਅਨੁਸਾਰ ਗਿਆਨਮਈ ਅਤੇ ਸ਼ਕਤੀਮਈ, ਆਰਨੋਲਡ ਬੈਨਟ ਦੇ ਅਨੁਸਾਰ ਸੂਚਨਾਮਈ ਅਤੇ ਪ੍ਰੇਰਨਾਤਮਕ, ਅਕੋਰਡਿੰਗ ਟੂ ਐਂਬਰ ਕ੍ਰੌਸਬੀ ਦੇ ਅਨੁਸਾਰ ਕਿਰਿਆਤਮਕ ਅਤੇ ਨਿਰੋਲ ਸਾਹਿਤ। ਇਹਦੇ ਵਿੱਚ ਹੁਣ ਅਸੀਂ ਅੱਗੇ ਥੋੜ੍ਹਾ ਜਿਹਾ ਇਹਦੇ ਬਾਰੇ ਪੜ੍ਹਦੇ ਹਾਂ।
ਨੈਕਸਟ ਹੈਗਾ ਆ ਜਿਹੜਾ ਪਹਿਲੀ ਪ੍ਰਕਾਰ ਦਾ ਸਾਹਿਤ ਸੀ। ਦੇਖੋ ਇਹ ਵਾਲਾ ਜਿਹੜਾ ਸਾਹਿਤ ਸੀ, ਗਿਆਨਮਈ ਸਾਹਿਤ, ਗਿਆਨਮਈ, ਸੂਚਨਾਤਮਕ ਤੇ ਕਿਰਿਆਤਮਕ, ਇਹ ਪਹਿਲੀ ਕਿਸਮ ਦਾ ਸਾਹਿਤ ਆ। ਇਹ ਜਿਹੜਾ ਇੱਧਰਲਾ ਸ਼ਕਤੀਮਈ, ਪ੍ਰੇਰਨਾਤਮਕ ਤੇ ਨਿਰੋਲ ਸਾਹਿਤ, ਇਹ ਹੈਗਾ ਦੂਜੀ ਕਿਸਮ ਦਾ ਸਾਹਿਤ। ਪਹਿਲੀ ਪ੍ਰਕਾਰ ਦਾ ਸਾਹਿਤ ਇਹ ਆ ਗਿਆ ਜਿਹੜਾ ਮੈਂ ਤੁਹਾਨੂੰ ਬੋਲਿਆ, ਗਿਆਨਮਈ, ਸੂਚਨਾਤਮਕ ਤੇ ਕਿਰਿਆਤਮਕ। ਇਹ ਇੱਕੋ ਹੀ ਵਸਤੂ ਹੁੰਦੇ ਆ, ਇੱਕ ਤਰ੍ਹਾਂ ਦੀ ਇੱਕੋ ਹੀ ਚੀਜ਼ ਆ। ਇਹਨਾਂ ਦੇ ਵਿੱਚ ਸ਼ਾਸਤਰ ਅਤੇ ਵਿਗਿਆਨ ਸ਼ਾਮਿਲ ਹੁੰਦਾ ਹੈ। ਇਹ ਯਾਦ ਰੱਖਣਾ ਕਿ ਇਹਨਾਂ ਵਿੱਚ ਸ਼ਾਸਤਰ ਅਤੇ ਵਿਗਿਆਨ ਸ਼ਾਮਿਲ ਹੁੰਦਾ ਹੈ। ਕਿੱਦਾਂ? ਜਿੱਦਾਂ ਹੁਣ ਅਸੀਂ ਇਹਦੇ ਵਿੱਚ ਗਿਆਨ ਮਿਲਦਾ ਆ, ਸੂਚਨਾ ਮਿਲਦੀ ਆ, ਉਹਦੇ ਅਕੋਰਡਿੰਗਲੀ ਕਿਰਿਆਤਮਕ ਸਾਹਿਤ ਆ, ਅਸੀਂ ਕਿਰਿਆਵਾਂ ਦੇ ਬਾਰੇ ਇਹਦੇ ਵਿੱਚ ਗੱਲ ਕਰਦੇ ਹਾਂ, ਅਤੇ ਇਹਨੂੰ ਇਸ ਕਰਕੇ ਇਹਨੂੰ ਸ਼ਾਸਤਰ ਜਾਂ ਵਿਗਿਆਨ ਸਾਹਿਤ ਕਿਹਾ ਜਾਂਦਾ। ਹੁਣ ਦੂਜੀ ਪ੍ਰਕਾਰ ਦਾ ਸਾਧਨ ਜਿੱਥੋਂ ਸਾਨੂੰ ਸ਼ਕਤੀ ਮਿਲਦੀ, ਸਾਹਿਤ ਤੋਂ ਪ੍ਰੇਰਨਾ ਮਿਲਦੀ ਆ, ਜਾਂ ਨਿਰੋਲ ਸਾਹਿਤ ਹੈ, ਇਹ ਦੂਜੀ ਪ੍ਰਕਾਰ ਦਾ ਸਾਹਿਤ ਆ। ਇਹਦੇ ਵਿੱਚ ਹੁਣ ਦੇਖਣਾ ਕਿ ਕਿਹੜੀ ਕਿਹੜੀ ਚੀਜ਼ ਸ਼ਾਮਿਲ ਹੁੰਦੀ ਆ। ਇਹਦੇ ਵਿੱਚ ਕਵਿਤਾ, ਕਹਾਣੀ, ਨਾਵਲ, ਰੋਮਾਂਸ ਆਦਿ ਸ਼ਾਮਿਲ ਹੁੰਦੇ ਆ। ਇਸ ਸਾਹਿਤ ਨੂੰ ਲਲਿਤ ਕਲਾ ਵੀ ਕਿਹਾ ਜਾਂਦਾ ਆ। ਚਲੋ ਹੁਣ ਇਹਦਾ ਮੀਨਿੰਗ ਹੋ ਗਿਆ, ਇਹਦੀਆਂ ਕਿਸਮਾਂ ਹੋ ਗਈਆਂ। ਸਾਹਿਤ ਨੂੰ ਅਸੀਂ 3 ਤਰੀਕੇ ਦੇ ਨਾਲ ਇਹਦੀਆਂ ਕਿਸਮਾਂ ਦੱਸੀਆਂ ਆ, ਕੁਇੰਟੀ ਦੇ ਅਨੁਸਾਰ, ਆਰਨੋਲਡ ਬੇਨੇਟ ਤੇ ਐਂਬਰ ਕ੍ਰੋਪੀ ਦੇ ਅਨੁਸਾਰ। ਹੁਣ ਅਸੀਂ ਕਰਾਂਗੇ ਸਾਹਿਤ ਦੀਆਂ ਡੈਫੀਨੇਸ਼ਨਸ। ਇਹਦੀਆਂ ਮੈਂ 4-5 ਡੈਫੀਨੇਸ਼ਨਸ ਲਿਖੀਆਂ ਜਿਹੜੀਆਂ ਤੁਹਾਨੂੰ ਈਜ਼ੀ ਲੱਗਦੀਆਂ, ਤੁਸੀਂ 3 ਕਰ ਸਕਦੇ ਆ। ਅਕੋਰਡਿੰਗ ਟੂ ਪ੍ਰੋਫੈਸਰ ਤੇਜਾ ਸਿੰਘ ਨੇ ਕੀ ਕਿਹਾ ਆ ਕਿ ਸਾਹਿਤ ਉਹ ਲਿਖਤ ਹੈ ਜਿਸ ਵਿੱਚ ਲਿਖਾਰੀ ਦਾ ਮਨ, ਲਿਖਾਰੀ ਜਿਹੜਾ ਲਿਖਣ ਵਾਲਾ ਆ, ਉਹਦਾ ਜਿਹੜਾ ਮਨ ਹੁੰਦਾ ਨਾ, ਉਹ ਕਿਸੇ ਲਹਿਰ ਵਿੱਚ ਖੇਡਦਾ ਆ, ਕਿਸੇ ਸੋਹਣੇ ਤਰੰਗ ਵਿੱਚ ਆ ਕੇ ਉਛਲਦਾ ਤੇ ਉਛਾਲਦਾ ਹੈ, ਖੁਦ ਵੀ ਉਛਲਦਾ ਤੇ ਦੂਜੇ ਨੂੰ ਵੀ ਉਛਾਲਦਾ ਆ। ਇੱਕ ਲਿਖਤ ਹੁੰਦੀ ਹੈ ਸਾਹਿਤ ਦਾ। ਤੁਹਾਨੂੰ ਮੀਨਿੰਗ ਕਲੀਅਰ ਹੋ ਗਿਆ ਕਿ ਸਾਹਿਤ ਇੱਕ ਲਿਖਤ ਹੁੰਦੀ ਆ, ਕੋਈ ਲਿਖੀ ਹੋਈ ਚੀਜ਼ ਆ ਜਿਹਦੇ ਵਿੱਚ ਜਿਹੜਾ ਲਿਖਣ ਵਾਲਾ ਆ ਨਾ, ਉਹਦਾ ਮਨ ਕਿਸੇ ਲਹਿਰ ਵਿੱਚ ਖੇਡਦਾ ਆ, ਮਨ ਉਹਦਾ ਇੱਦਾਂ ਹੀ ਘੁੰਮਦਾ ਫਿਰਦਾ ਆ, ਉੱਡਦਾ ਆ ਖੁਸ਼ੀ ਦੇ ਨਾਲ, ਜਾਂ ਕਿਸੇ ਤਰ੍ਹਾਂ ਵੀ ਤਰੰਗ ਦੇ ਵਿੱਚ, ਕਿਸੇ ਤਰੰਗ ਦੇ ਵਿੱਚ ਉਛਲਦਾ ਤੇ ਉਛਾਲਦਾ ਆ। ਵਰਡਸਵਰਥ ਨੇ ਕੀ ਕਿਹਾ ਕਿ ਸਾਹਿਤ ਸਮੁੱਚੇ ਗਿਆਨ ਦਾ ਪ੍ਰਾਣ ਅਤੇ ਸੂਖਮ ਗਿਆਨ ਹੈ। ਸਮੁੱਚੇ ਪੂਰਾ ਜਿਹੜਾ ਗਿਆਨ ਆ ਨਾ, ਉਹਦੀ ਇੱਕ ਤਰ੍ਹਾਂ ਦੀ ਜ਼ਿੰਦਗੀ ਆ, ਉਹਦੀ ਜਾਨ ਆ। ਜਿਹੜਾ ਗਿਆਨ ਆ ਨਾ, ਉਹਦਾ ਪ੍ਰਾਣ ਆ ਤੇ ਇਹ ਸੂਖਮ ਗਿਆਨ ਹੈ। ਅਕੋਰਡਿੰਗ ਟੂ ਆਰਨੋਲਡ ਬੈਨੇਟ, ਸਾਹਿਤ ਸੱਚੇ ਸੁੱਚੇ ਵਿਚਾਰਾਂ ਅਤੇ ਉਚੇਰੀ ਭਾਵਨਾਵਾਂ ਦਾ ਭੰਡਾਰ ਹੈ। ਮੈਂ ਜਿੱਦਾਂ ਅੰਡਰਲਾਈਨ ਕਰ ਰਹੀ ਹਾਂ ਨਾ, ਯਾਦ ਕਰਨਾ ਸੌਖਾ ਜਿਹਾ ਨਾ। ਆਰਨੋਲਡ ਬੈਨੇਟ ਨੇ ਕੀ ਕਿਹਾ? ਸੱਚੇ ਸੁੱਚੇ ਵਿਚਾਰ ਅਤੇ ਉਚੇਰੀ ਭਾਵਨਾਵਾਂ ਦਾ ਭੰਡਾਰ ਹੈ। ਅੱਗੇ ਅਮਰਸਨ ਕੀ ਬੋਲਦਾ ਆ ਕਿ ਉੱਤਮ ਵਿਚਾਰਾਂ ਦਾ ਦਸਤਾਵੇਜ਼ ਹੈ। ਇਹਦੇ ਵਿੱਚ ਉੱਤਮ ਵਿਚਾਰ ਜਿਹੜੇ ਸਾਹਿਤ ਦੇ ਮਨ ਵਿੱਚ ਹੁੰਦੇ, ਉਹਨਾਂ ਨੂੰ ਕਿਸੇ ਜਗ੍ਹਾ 'ਤੇ ਉਤਾਰਿਆ ਜਾਂਦਾ, ਕਿਸੇ ਕਾਪੀ 'ਤੇ ਲਿਖਿਆ ਜਾਂਦਾ ਜਾਂ ਕਿਸੇ ਰਿਕਾਰਡ ਕੀਤਾ ਜਾਂਦਾ ਹੈ। ਇਸ ਤਰ੍ਹਾਂ ਉਹ ਦਸਤਾਵੇਜ਼ ਬਣ ਜਾਂਦਾ। ਕਿਹਦਾ ਦਸਤਾਵੇਜ਼ ਬਣ ਜਾਂਦਾ? ਉੱਤਮ ਵਿਚਾਰਾਂ ਦਾ। ਅੱਗੇ ਗੋਰਵੀ ਨੇ ਸਾਹਿਤ ਦੀ ਪਰਿਭਾਸ਼ਾ ਕੀ ਦਿੱਤੀ ਕਿ ਸਮਾਜ ਦਾ ਦਿਲ ਹੈ। ਜਿੱਦਾਂ ਦਿਲ ਤੋਂ ਬਿਨਾਂ ਸਮਾਜ ਨਹੀਂ ਰਹਿ ਸਕਦਾ, ਇੱਦਾਂ ਹੀ ਇਹ ਸਾਹਿਤ ਆ। ਸਾਹਿਤ ਜਿਹੜਾ ਆ ਉਹ ਸਮਾਜ ਦਾ ਦਿਲ ਹੈ। ਇਹ 5 ਕੁ ਡੈਫੀਨੇਸ਼ਨਸ ਮੈਂ ਲਿਖੀਆਂ ਹੋਈਆਂ। ਨੈਕਸਟ ਤੁਸੀਂ ਇਹ ਡੈਫੀਨੇਸ਼ਨਸ ਦਾ ਸਾਰੀਆਂ ਡੈਫੀਨੇਸ਼ਨਸ ਮਿਕਸ ਕਰਕੇ ਨਾ ਉਹਦਾ ਇੱਕ ਸਿੱਟਾ ਕੱਢ ਸਕਦੇ ਹਾਂ। ਸਿੱਟਾ ਕਿੱਦਾਂ ਅਸੀਂ ਕੱਢ ਸਕਦੇ ਹਾਂ? ਜਿੱਦਾਂ ਹੁਣ ਜਿੰਨੀਆਂ ਵੀ ਡੈਫੀਨੇਸ਼ਨ ਪੜ੍ਹੀਆਂ ਅਸੀਂ ਇਹਦੇ ਅਕੋਰਡਿੰਗਲੀ ਮੈਂ ਇੱਥੋਂ ਹੀ ਦੱਸ ਦਿੰਦੀ ਤੁਹਾਨੂੰ ਵੀ ਸਿੱਟਾ ਕਿੱਦਾਂ ਕੱਢ ਸਕਦੇ ਹਾਂ ਕਿ ਸਾਹਿਤ ਜਿਹੜਾ ਆ ਉਹ ਸਾਹਿਤ ਇੱਕ ਇੱਦਾਂ ਦੀ ਵਸਤੂ ਜਾਂ ਸਾਹਿਤ ਇੱਦਾਂ ਦੀ ਚੀਜ਼ ਆ ਜਿਹੜਾ ਸਮਾਜ ਦਾ ਦਿਲ ਹੈ, ਉੱਤਮ ਵਿਚਾਰਾਂ ਦਾ ਦਸਤਾਵੇਜ਼, ਸਮਾਜ ਦਾ ਦਿਲ ਉੱਤਮ ਵਿਚਾਰਾਂ ਦਾ ਦਸਤਾਵੇਜ਼ ਹੈ। ਅਤੇ ਇਹਦੇ ਵਿੱਚੋਂ ਹੋਰ ਕੀ ਕਹਿ ਸਕਦੇ ਹਾਂ ਕਿ ਗਿਆਨ ਦਾ ਭੰਡਾਰ ਹੈ। ਇਹਦਾ ਮਤਲਬ ਸ਼ਾਰਟਕੱਟ ਦੇ ਵਿੱਚ ਇਹਦੀ ਜਿਹੜੀ ਡੈਫੀਨੇਸ਼ਨ ਜਿਹੜੀਆਂ ਸੀਗੀਆਂ ਉਹਨਾਂ ਦਾ ਅਸੀਂ ਸਿੱਟਾ ਕੱਢ ਸਕਦੇ। ਇਹਦੇ ਵਿੱਚ ਮੈਂ ਲਿਖਿਆ ਹੋਇਆ ਕਿ ਸਾਹਿਤ ਜਿਹੜਾ ਮਨੁੱਖੀ ਅਨੁਭਵਾਂ ਦਾ ਸ਼ਾਬਦਿਕ ਪ੍ਰਗਟਾਵਾ ਹੈ। ਮਤਲਬ ਮਨ ਦੇ ਜਿਹੜੇ ਅਨੁਭਵ ਆ ਨਾ, ਉਹਨਾਂ ਨੂੰ ਜਦੋਂ ਸ਼ਬਦਾਂ ਦੇ ਵਿੱਚ ਪ੍ਰਗਟਾਇਆ ਜਾਂਦਾ, ਦੈਟ ਇਜ਼ ਸਾਹਿਤ। ਨੈਕਸਟ ਹੈਗਾ ਇਹ ਜ਼ਿੰਦਗੀ ਦੇ ਸੱਚ ਨੂੰ ਸਮਾਜ ਕਲਿਆਣ ਨਾਲ ਜੋੜ ਕੇ ਸੁਹਜਾਤਮਕ ਤਰੀਕੇ ਨਾਲ ਪ੍ਰਗਟਾਉਂਦਾ ਹੈ। ਜ਼ਿੰਦਗੀ ਨੂੰ ਦੇ ਸੱਚ ਨੂੰ, ਅੱਜ ਕੱਲ੍ਹ ਜਿਹੜੀ ਜ਼ਿੰਦਗੀ ਦੀ ਸਾਡੀ ਸੱਚਾਈ ਆ, ਉਹਨੂੰ ਸਮਾਜ ਦੇ ਭਲੇ ਦੇ ਨਾਲ ਜੋੜਦਾ ਆ ਅਤੇ ਬੜੇ ਸਹੀ ਤਰੀਕੇ ਨਾਲ, ਸੁਹਜ ਤਰੀਕੇ ਦੇ ਨਾਲ ਸਾਡੇ ਅੱਗੇ ਪ੍ਰਗਟ ਕਰਦਾ ਆ। ਇਸ ਨਾਲ ਪਾਠਕਾਂ ਨੂੰ ਸੱਚ, ਸੋਧ, ਸੁਹਜ ਦੀ ਪ੍ਰਾਪਤੀ ਹੁੰਦੀ ਹੈ। ਮਤਲਬ ਜਦੋਂ ਪਾਠਕਾਂ ਦੇ ਅੱਗੇ ਕੋਈ ਰਚਨਾ ਆ ਜਾਂਦੀ ਆ ਅਤੇ ਉਹਨਾਂ ਦੇ ਮੂਹਰੇ ਸੱਚ ਆ ਜਾਂਦਾ ਆ ਜਾਂ ਸੋਧ ਹੋ ਜਾਂਦੀ ਆ, ਉਹਨਾਂ ਦੇ ਦਿਮਾਗ ਦੇ ਵਿੱਚ ਜੋ ਗੱਲਾਂ ਚੱਲਦੀਆਂ ਆ ਪਹਿਲਾਂ ਹੀ, ਉਹਨਾਂ ਨੂੰ ਸੁਣ ਕੇ ਸ਼ਾਇਦ ਕੋਈ ਸੋਧ ਹੋ ਜਾਂਦੀ ਹੋਵੇ ਜਾਂ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਨੈਕਸਟ ਆਪਾਂ ਕਰਨ ਲੱਗੇ ਹਾਂ ਸਾਹਿਤ ਦੇ ਰਚਨਾਤਮਕ ਤੱਤ। ਇਹ ਮੋਸਟ ਇੰਪੋਰਟੈਂਟ ਚੀਜ਼ ਆ ਕਿ ਸਾਹਿਤ ਜਿਹੜਾ ਆ ਉਹਦੇ ਤੱਤ ਕਿਹੜੇ ਕਿਹੜੇ ਆ। ਸਾਹਿਤ ਦੇ 4 ਤੱਤ ਆ, ਇਹ ਤੁਸੀਂ ਯਾਦ ਕਰ ਲੈਣੇ: ਭਾਵ, ਬੁੱਧੀ, ਕਲਪਨਾ ਅਤੇ ਸ਼ੈਲੀ ਤੱਤ। ਸਭ ਤੋਂ ਪਹਿਲਾਂ ਆਪਾਂ ਭਾਵ ਤੱਤ ਦੀ ਗੱਲ ਕਰਦੇ ਹਾਂ। ਭਾਵ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਫੀਲਿੰਗ ਕਹਿੰਦੇ ਹਾਂ,
ਠੀਕ ਹੈ। ਸਾਹਿਤ ਉਹੀ ਲਿਖੂਗਾ ਜਿਹਦੇ ਮਨ ਦੇ ਵਿੱਚ ਕੋਈ ਫੀਲਿੰਗਸ ਹੋਊਗੀਆਂ, ਕੋਈ ਭਾਵ ਹੋਣਗੇ। ਕਿ ਇਸੇ ਕਰਕੇ ਕਹਿੰਦੇ ਆ ਕਿ ਭਾਵ ਜਿਹੜਾ ਹੋਣਾ ਆ ਸਾਹਿਤ ਦਾ ਬੁਨਿਆਦੀ ਤੱਤ ਆ। ਤੁਹਾਡੇ ਮਨ ਦੇ ਵਿੱਚ ਕੋਈ ਫੀਲਿੰਗ ਆਊਗੀ, ਕੋਈ ਭਾਵ ਹੋਊਗਾ। ਸਾਹਿਤਕਾਰ ਕਹਿੰਦੇ ਬੜਾ ਭਾਵੁਕ ਵਿਅਕਤੀ ਹੁੰਦਾ ਆ, ਉਹਦੇ ਮਨ ਦੇ ਅੰਦਰ ਜਦੋਂ ਭਾਵ ਆਉਂਦੇ ਨਾ, ਕੋਈ ਫੀਲਿੰਗ ਆਉਂਦੀ ਆ, ਤੇ ਉਦੋਂ ਹੀ ਸਾਹਿਤ ਦੀ ਸਿਰਜਣਾ ਹੋ ਸਕਦੀ ਆ। ਸਾਹਿਤ ਫਿਰ ਸਿਰਜਣਾ ਕਿੱਦਾਂ ਕਰਦਾ ਆ? ਉਹਨੇ ਜਿਹੜੇ ਆਪਣੇ ਭਾਵ ਆ ਨਾ, ਜਾਂ ਆਪਣੇ ਅਨੁਭਵ ਆ, ਉਹਨਾਂ ਨੂੰ ਸ਼ਬਦਾਂ ਦੇ ਰੂਪ ਵਿੱਚ ਪ੍ਰਗਟ ਕਰ ਦਿੰਦਾ ਹੈ। ਭਾਵੁਕਤਾ ਜਿਹੜੀ ਆ ਉਹ ਪਾਠਕਾਂ ਦੇ ਸਾਹਮਣੇ ਪ੍ਰਗਟ ਕਰਦਾ ਹੈ। ਤੇ ਨੈਕਸਟ ਸਟੈਪ ਕੀ ਹੁੰਦਾ ਆ? ਜਦੋਂ ਉਹ ਭਾਵੁਕ ਹੋ ਕੇ ਕੁਝ ਲਿਖ ਦਿੰਦਾ ਆ, ਕੋਈ ਸਾਹਿਤ ਲਿਖ ਦਿੰਦਾ, ਤੇ ਅਸੀਂ ਉਹਨੂੰ ਪੜ੍ਹਦੇ ਹਾਂ, ਪਾਠਕ ਉਹਨੂੰ ਪੜ੍ਹਦੇ ਆ, ਤੇ ਉਹਦੇ ਉੱਤੇ ਉਸ ਭਾਵ ਦਾ ਪ੍ਰਭਾਵ ਪੈਂਦਾ ਆ। ਸਾਹਿਤਕਾਰ ਜਦੋਂ ਜੋ ਵੀ ਲਿਖਦਾ ਆ, ਜੋ ਉਹਦੀ ਫੀਲਿੰਗ ਹੁੰਦੀ ਆ, ਉਹ ਪਾਠਕਾਂ ਦੀ ਫੀਲਿੰਗ ਬਣ ਜਾਂਦੀ ਆ। ਜਦੋਂ ਅਸੀਂ ਕੋਈ ਫਿਲਮ ਦੇਖਦੇ ਹਾਂ ਜਾਂ ਕੋਈ ਨਾਟਕ ਦੇਖਦੇ ਹਾਂ, ਸਾਨੂੰ ਇੱਦਾਂ ਲੱਗਦਾ ਆ ਕਿ ਸਾਡੇ 'ਤੇ ਹੀ ਬਣਿਆ ਹੋਇਆ ਇਹ ਸਾਰਾ ਕੁਝ। ਕੋਈ ਐਕਟਰ ਜਿਹੜਾ ਆ, ਅਸੀਂ ਉਹਨੂੰ ਆਪਣਾ ਇਸ ਅਰੂਪ ਸਮਝਦੇ ਕਿ ਮੰਨ ਲਓ ਇਹ ਜਿਹੜਾ ਐਕਟਰ ਐਕਟ ਕਰ ਰਿਹਾ ਹੈ, ਇਹ ਨਹੀਂ ਆ, ਇਹ ਮੈਂ ਹੀ ਆ। ਇੱਦਾਂ ਸਾਡੇ ਅੰਦਰ ਉਹ ਫੀਲਿੰਗ ਆ ਜਾਂਦੀ। ਉਹ ਸਾਹਿਤਕਾਰ ਉਹੀ ਫੀਲਿੰਗ ਤੁਹਾਨੂੰ ਦਿਖਾਉਣਾ ਚਾਹੁੰਦਾ, ਉਹੀ ਭਾਵ ਦਿਖਾਉਣਾ ਚਾਹੁੰਦਾ ਆ। ਇਸ ਕਰਕੇ ਕਹੀਦਾ ਕਿ ਭਾਵ ਤੱਤ ਤੋਂ ਬਿਨਾਂ ਸਾਹਿਤ ਸੰਭਵ ਹੀ ਨਹੀਂ ਆ। ਨੈਕਸਟ ਹੈਗਾ ਆ, ਅਮਰਸਨ ਨੇ ਕਿਹਾ ਸੀ ਜਿਹੜੀ ਪੁਸਤਕ ਪ੍ਰੇਰਦੀ ਨਹੀਂ ਉਹਦੀ ਕੋਈ ਕੀਮਤ ਨਹੀਂ। ਇਹਦਾ ਮਤਲਬ ਇਹ ਆ ਕਿ ਜਿਹੜਾ ਸਾਹਿਤ ਆ, ਜੇ ਸਾਹਿਤ 'ਤੇ ਸਾਡੇ 'ਤੇ ਪ੍ਰਭਾਵ ਹੀ ਨਹੀਂ ਪਾਇਆ, ਉਸ ਸਾਹਿਤ ਦਾ ਕੋਈ ਫਾਇਦਾ ਨਹੀਂ। ਅਸੀਂ ਪੜ੍ਹੀ ਜਾਂਦੇ ਹਾਂ ਪਰ ਸਾਡੇ 'ਤੇ ਕੋਈ ਅਸਰ ਹੀ ਨਹੀਂ ਹੁੰਦਾ ਪਿਆ। ਇਸ ਕਰਕੇ ਅਮਰਸਨ ਨੇ ਬੋਲਿਆ ਕਿ ਜਿਹੜੀ ਪੁਸਤਕ ਪ੍ਰੇਰਦੀ ਨਹੀਂ ਉਸ ਦਾ ਕੋਈ ਕੀਮਤ ਹੀ ਨਹੀਂ ਆ। ਨੈਕਸਟ ਆ ਗਿਆ ਬੁੱਧੀ ਤੱਤ। ਬੁੱਧੀ ਤੱਤ ਜਿਹੜਾ ਆ, ਉਹਦੇ ਵਿੱਚ ਮੇਨ ਚੀਜ਼ ਯਾਦ ਰੱਖਣੀ, ਉਦੇਸ਼। ਇਹ ਵਰਡ ਯਾਦ ਰੱਖਣਾ। ਇਹਦਾ ਮਤਲਬ ਇਹ ਆ, ਉਦੇਸ਼ ਮੈਂ ਕਿਉਂ ਲਿਖਿਆ ਕਿ ਬੱਚੇ ਨੂੰ ਲਿਖਣ ਲੱਗੇ ਯਾਦ ਆ ਜਾਵੇ ਕਿ ਬੁੱਧੀ ਤੱਤ ਵਿੱਚ ਕਿੱਦਾਂ ਦੇ ਪੁਆਇੰਟ ਲਿਖਣੇ ਆ। ਹਾਂਜੀ, ਬੁੱਧੀ ਤੱਤ ਵਿੱਚ ਕੀ ਲਿਖਣਾ? ਬੁੱਧੀ ਤੱਤ ਦਿਮਾਗ ਦੇ ਨਾਲ ਰਿਲੇਟਡ ਆ। ਹਰ ਇੱਕ ਜਿਹੜਾ ਸਾਹਿਤਕਾਰ ਆ, ਉਹ ਕੁਛ ਉਦੇਸ਼ ਨੂੰ ਸਾਹਮਣੇ ਰੱਖ ਕੇ ਸਾਹਿਤ ਦੀ ਰਚਨਾ ਕਰੂਗਾ। ਉਹਦਾ ਕੋਈ ਨਾ ਕੋਈ ਉਦੇਸ਼ ਹੁੰਦਾ ਆ ਕਿ ਮੈਂ ਆਪਣੇ ਜਿਹੜੇ ਪਾਠਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦਾ ਆ। ਉਹਦੇ ਮਨ ਵਿੱਚ ਕੋਈ ਉਦੇਸ਼ ਆ। ਉਹ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਲਈ ਵੱਖ-ਵੱਖ ਸਾਧਨਾਂ ਨੂੰ ਵਰਤਦਾ ਆ। ਇਹ ਵਿਚਾਰ ਕਈ ਤਰ੍ਹਾਂ ਦੇ ਹੁੰਦੇ ਆ। ਚਲੋ ਇਹਦੇ ਬਾਰੇ ਆਪਾਂ ਬਹੁਤੀ ਗੱਲ ਨਹੀਂ ਕਰਨੀ। ਤੁਸੀਂ ਮੇਨ ਆ ਜਿਹੜੀਆਂ ਦੋ ਚੀਜ਼ਾਂ ਇਹ ਯਾਦ ਕਰ ਲੈਣੀਆਂ। ਇਹਦੇ ਵਿੱਚ ਕੀ ਲਿਖਿਆ ਆ, ਇਹਦੇ 'ਚ ਯਾਦ ਰੱਖਣਾ ਕਿ ਬੁੱਧੀ ਤੱਤ ਦੇ ਵਿੱਚ ਕੀ ਆਣਾ, ਉਦੇਸ਼। ਹਰ ਇੱਕ ਸਾਹਿਤਕਾਰ ਕਿਸੇ ਉਦੇਸ਼ ਨੂੰ ਮੁੱਖ ਰੱਖ ਕੇ ਹੀ ਸਾਹਿਤ ਦੀ ਰਚਨਾ ਕਰਦਾ ਹੈ। ਨੈਕਸਟ ਆ ਗਿਆ ਕਲਪਨਾ ਤੱਤ। ਕਲਪਨਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਕਲਪਨਾ ਹੁੰਦੀ ਹੈ ਸੋਚ, ਜਿਹੜਾ ਸੋਚ ਦੇ ਨਾਲ ਸੰਬੰਧਿਤ ਆ। ਇਹ ਸਭ ਤੋਂ ਮਹੱਤਵਪੂਰਨ, ਮਤਲਬ ਪਿਛਲੇ ਵੀ ਮਹੱਤਵਪੂਰਨ ਸੀਗੇ, ਭਾਵ ਤੱਤ, ਬੁੱਧੀ ਤੱਤ, ਪਰ ਇਹ ਵੀ ਮਹੱਤਵਪੂਰਨ ਤੱਤ ਆ। ਲੇਖਕ ਦੇ ਮਨ ਵਿੱਚ ਜਿਹੜੀ ਕਲਪਨਾ ਆ ਜਾਂ ਸੋਚ ਆ, ਸ਼ੁਰੂ 'ਚ ਆਪਾਂ ਪੜ੍ਹਿਆ ਸੀਗਾ ਜਦੋਂ ਮੀਨਿੰਗ ਕਰਦੇ ਸੀਗੇ ਕਿ ਯਥਾਰਥ ਵਿੱਚ ਕਲਪਨਾ ਦਾ ਰੂਪ ਮਿਲਾ ਦਿੰਦਾ। ਯਥਾਰਥ ਹੁੰਦਾ ਸੱਚਾਈ, ਕਲਪਨਾ ਹੁੰਦਾ ਕੁਛ ਉਹਨੇ ਕਲਪਨਾ ਕੀਤੀ, ਕੋਈ ਸੋਚ ਉਹਨੇ ਵੱਖਰੀ ਸੋਚੀ ਹੋਈ ਆਪਣੇ ਕੋਲੋਂ ਜਿਹੜੇ ਸੋਚਦਾ ਆ। ਇਹ ਜਿਹੜੀ ਕਲਪਨਾ ਹੈ ਲੇਖਕ ਦੇ ਮਨ ਵਿੱਚ ਪੈਦਾ ਹੁੰਦੀ ਆ। ਇਹ ਲੇਖਕ ਦੇ ਤਜਰਬਿਆਂ 'ਤੇ ਆਧਾਰਿਤ ਹੁੰਦੀ ਆ। ਕਲਪਨਾ ਭੂਤਕਾਲ ਤੋਂ ਪ੍ਰੇਰਿਤ ਹੁੰਦੀ, ਮਤਲਬ ਪਿੱਛੋਂ ਅਸੀਂ ਲੈਂਦੇ ਪਿਛਲੇ ਕਾਲ ਤੋਂ, ਤੇ ਵਰਤਮਾਨ ਨੂੰ ਵੀ ਪ੍ਰੇਰਿਤ ਕਰਦੀ ਹੈ। ਕਲਪਨਾ ਜਿਹੜੀ ਆ ਉਹ ਯਾਦ ਸ਼ਕਤੀ 'ਤੇ ਆਧਾਰਿਤ ਹੁੰਦੀ ਹੈ। ਯਾਦ ਸ਼ਕਤੀ 'ਤੇ, ਜੇ ਬੰਦੇ ਨੂੰ ਕੁਛ ਯਾਦ ਆ ਤਾਂ ਹੀ ਉਹ ਕਲਪਨਾ ਕਰ ਸਕਦਾ। ਯਾਦ ਸ਼ਕਤੀ ਜਿੰਨੀ ਤੇਜ਼ ਹੋਵੇਗੀ, ਕਲਪਨਾ ਵੀ ਉਨੀ ਹੀ ਵਿਸ਼ਾਲ ਹੋਵੇਗੀ। ਸਾਹਿਤਕਾਰ ਆਪਣੀ ਮਹਿਸੂਸ ਕੀਤੀ ਗਈ ਕਲਪਨਾ ਜੋ ਵੀ ਮਹਿਸੂਸ ਕਰਦਾ ਆ, ਉਹਨੂੰ ਪਾਠਕਾਂ ਤੱਕ ਪਹੁੰਚਾਉਂਦਾ ਆ। ਅਸੀਂ ਕਲਪਨਾ ਬਾਰੇ ਇੱਕ ਵਾਰੀ ਫਿਰ ਦੇਖ ਲੈਂਦੇ ਹਾਂ। ਕਲਪਨਾ ਦੇ ਵਿੱਚ ਕੀ ਲਿਖਿਆ ਆ ਕਿ ਇਹ ਮਹੱਤਵਪੂਰਨ ਤੱਤ ਆ। ਇਹ ਲੇਖਕ ਦੇ ਮਨ ਵਿੱਚ ਪੈਦਾ ਹੁੰਦਾ ਆ, ਉਹਦੇ ਤਜਰਬਿਆਂ 'ਤੇ ਆਧਾਰਿਤ ਹੁੰਦਾ, ਭੂਤਕਾਲ ਤੋਂ ਪ੍ਰੇਰਿਤ ਹੁੰਦਾ, ਵਰਤਮਾਨ ਨੂੰ ਪ੍ਰੇਰਿਤ ਕਰਦਾ। ਇਹ ਯਾਦ ਸ਼ਕਤੀ 'ਤੇ ਆਧਾਰਿਤ ਆ। ਜਿੰਨੀ ਯਾਦ ਸ਼ਕਤੀ ਤੇਜ਼, ਉਨੀ ਕਲਪਨਾ ਵਿਸ਼ਾਲ। ਜੋ ਸਾਹਿਤਕਾਰ ਮਹਿਸੂਸ ਕਰਦਾ ਹੈ ਉਹ ਆਪਣਾ ਪਾਠਕਾਂ ਤੱਕ ਪਹੁੰਚਾਉਂਦਾ ਆ। ਅੱਗੇ ਕਲਪਨਾ ਜਿਹੜੀ ਆ ਉਹਦੀਆਂ 3 ਕਿਸਮਾਂ ਆ। ਪੂਰਵ ਵਿਰਤੀ, ਵਿਰਤੀ ਲਿਖਿਆ ਹੋਇਆ, ਮੈਂ ਕਲੀਅਰ ਨਹੀਂ ਲਿਖਣਾ। ਪੂਰਵ ਵਿਰਤੀ, ਪੂਰਵ ਮੀਨਸ ਪਿਛਲੀ, ਇਹ ਤਾਂ ਤੁਹਾਨੂੰ ਪਤਾ ਹੀ ਹੈ ਵਰਡ। ਪੂਰਵ ਵਿਰਤੀ ਕਲਪਨਾ, ਇਹਦਾ ਮਤਲਬ ਉਹ ਕਲਪਨਾ ਜਿਹੜੀ ਅਤੀਤ ਦੇ ਅਨੁਭਵਾਂ 'ਤੇ ਆਧਾਰਿਤ ਹੈ। ਅਤੀਤ ਦੇ ਅਨੁਭਵਾਂ 'ਤੇ ਆਧਾਰਿਤ ਹੈ, ਉਹਨੂੰ ਪੂਰਵ ਵਿਰਤੀ ਕਲਪਨਾ ਕਹਾਂਗੇ। ਅਤੀਤ ਦੇ ਅਨੁਭਵ, ਜੋ ਪੁਰਾਣੇ ਟਾਈਮ 'ਤੇ ਉਹਨੇ ਕੋਈ ਅਨੁਭਵ ਕੀਤੇ ਆ ਸਾਹਿਤਕਾਰ ਨੇ। ਮੰਨ ਲਓ ਉਹਨੇ ਬਚਪਨ ਵਿੱਚ ਕੁਝ ਚੀਜ਼ਾਂ ਦੇਖੀਆਂ ਆ ਅਤੇ ਉਹਨੂੰ ਹੁਣ ਸਾਹਿਤ ਦੇ ਵਿੱਚ ਉਹ ਜੋੜਦਾ ਆ, ਉਹਨੂੰ ਕਹਿੰਦੇ ਆ ਪੂਰਵ ਵਿਰਤੀ ਕਲਪਨਾ। ਅੱਗੇ ਹੈਗਾ ਰਚਨਾਤਮਕ ਕਾਲਪਨਿਕ ਤੱਤ। ਇਹ ਕਲਪਨਾ ਦਾ ਦੂਸਰਾ, ਮਤਲਬ ਇਹ ਕਲਪਨਾ ਦੇ ਹੁਣ ਅਸੀਂ 3 ਭਾਗ ਕਰਦੇ ਹਾਂ ਕਲਪਨਾ ਤੱਤ ਦੇ। ਦੂਸਰਾ ਹੈਗਾ ਹਾਲਾਤ ਵਿਚਲੀਆਂ ਗਹਿਰਾਈਆਂ ਦੀ ਕਲਪਨਾ। ਜਿਹੜੇ ਹਾਲਾਤ ਚੱਲ ਰਹੇ ਆ ਜਾਂ ਹੁਣ ਦੇ ਜਾਂ ਕੋਈ ਵੀ ਹਾਲਾਤ ਆ, ਉਹਨਾਂ ਦੇ ਅੰਦਰ ਜੋ ਗਹਿਰਾਈਆਂ ਆ ਉਹਦੀ ਕਲਪਨਾ ਉਹ
ਜਿਹੜਾ ਸਾਹਿਤਕਾਰ ਆ ਕਰ ਰਿਹਾ ਆ। ਅੱਗੇ ਹੈਗਾ ਆ ਨਵ ਸਿਰਜਨਾਤਮਕ ਕਲਪਨਾ ਤੱਤ। ਇਹ ਬਹੁਤ ਉੱਚੇ ਦਰਜੇ ਦੀ ਕਲਪਨਾ ਹੁੰਦੀ ਆ ਤੇ ਇਹ ਵਿਸ਼ਾ ਵਸਤੂ ਦੇ ਰੂਪ ਵਿੱਚ ਦੇ ਨਵੇਂ ਰੂਪ ਵਿੱਚ ਪ੍ਰਗਟ ਹੁੰਦੀ ਹੈ। ਜਿਹੜੀ ਨਵੇਂ ਰੂਪ ਵਿੱਚ ਕਲਪਨਾ ਆਈ, ਕਲਪਨਾ ਕੁਛ ਹੋਰ ਕੀਤੀ, ਉਹਨੂੰ ਨਵਾਂ ਰੂਪ ਦੇ ਦਿੱਤਾ, ਉਹਨੂੰ ਕਹਿੰਦੇ ਨਵ ਸਿਰਜਨਾਤਮਕ ਕਲਪਨਾ ਤੱਤ। ਇਹਨੂੰ ਬਸ ਇਹਦੇ ਥੋੜ੍ਹੇ ਜਿਹੇ ਨਾਮ ਹੀ ਪੜ੍ਹ ਲਈਓ, ਇਹ ਜਦੋਂ ਵੱਡਾ ਕੁਐਸਚਨ ਆਇਆ ਫਿਰ ਇੱਥੇ ਤੱਕ ਹੀ ਲਿਖਣ ਲਈ ਕਾਫੀ ਹੈ। ਚਲੋ ਜੇ ਇਕੱਲੇ ਨਾਮ ਲਿਖ ਦਿੱਤੇ ਬਸ ਠੀਕ ਆ ਇਹਦਾ ਵੀ। ਨੈਕਸਟ ਆ ਗਿਆ ਸ਼ੈਲੀ ਤੱਤ। ਹੁਣ ਸ਼ੈਲੀ ਤੱਤ ਜਿਹੜੀ ਆ ਦੇਖੋ ਮੈਂ ਉੱਪਰ ਲਿਖਿਆ ਵਿਚਾਰਾਂ ਦੇ ਪ੍ਰਗਟਾਵੇ ਦਾ। ਇਹ ਤੋਂ ਮੈਂ ਤਾਂ ਹਿੰਟ ਲਿਖਿਆ ਤਾਂ ਕਿ ਵਿੱਚ ਪਤਾ ਲੱਗ ਜਾਂਦਾ ਕਿ ਇਹਦੇ ਵਿੱਚ ਅਸੀਂ ਕਿਹੜੀ ਚੀਜ਼ ਲਿਖਣੀ ਹੈ। ਅਸੀਂ ਜਿੱਦਾਂ ਪਿਛਲੇ ਵਿੱਚ ਮੈਂ ਲਿਖਿਆ ਸੀ ਉਦੇਸ਼, ਬੁੱਧੀ ਤੱਤ ਵਿੱਚ ਲਿਖਿਆ ਸੀ ਉਦੇਸ਼। ਕਲਪਨਾ ਦਾ ਤਾਂ ਤੁਹਾਨੂੰ ਪਤਾ ਹੀ ਹੈ, ਸੋਚ ਕਲਪਨਾ। ਹੁਣ ਅੱਗੇ ਆ ਗਿਆ ਸ਼ੈਲੀ ਤੱਤ, ਵਿਚਾਰਾਂ ਦੇ ਪ੍ਰਗਟਾਵੇ ਦਾ ਸਾਧਨ। ਇਹਦੇ ਵਿੱਚ ਇਹ ਵੀ ਬਹੁਤ ਹੀ ਮਹੱਤਵਪੂਰਨ ਤੱਤ ਹੈ, ਸ਼ੈਲੀ ਤੱਤ। ਹੁਣ ਇਹਦੇ ਵਿੱਚ ਤੁਸੀਂ ਦੇਖਣਾ ਆ ਕਿ ਸ਼ੈਲੀ ਜਿਹੜੀ ਆ ਉਹ ਸਾਹਿਤ ਬਾਰੇ ਆਪਾਂ ਪੜ੍ਹਦੇ ਪਏ। ਸਾਹਿਤ ਦਾ ਸਰੀਰ ਆ, ਜੇ ਕਿਸੇ ਦਾ ਸਰੀਰ ਹੁੰਦਾ ਤੇ ਉਹਦੀ ਆਤਮਾ ਵੀ ਹੁੰਦੀ ਆ। ਜਿਹੜੇ ਅਸੀਂ ਪਹਿਲਾਂ ਤੱਤ ਪੜ੍ਹੇ ਆ, ਇਸ ਕਰਕੇ ਬੁੱਧੀ ਤੱਤ, ਭਾਵ ਤੱਤ, ਕਲਪਨਾ ਤੱਤ, ਉਹ ਸਾਰੇ ਸਾਹਿਤ ਦੀ ਆਤਮਾ ਸੀ ਤੇ ਸ਼ੈਲੀ ਤੱਤ ਸਾਹਿਤ ਦਾ ਸਰੀਰ ਆ। ਇਹਦਾ ਮਤਲਬ ਇਹ ਚਾਰੇ ਤੱਤਾਂ ਤੋਂ ਬਿਨਾਂ ਕਦੀ ਵੀ ਸਾਹਿਤ ਰਚਿਆ ਨਹੀਂ ਜਾ ਸਕਦਾ। ਜਿਸ ਤਰ੍ਹਾਂ ਸਰੀਰ ਤੋਂ ਬਿਨਾਂ ਆਤਮਾ ਨਹੀਂ ਹੁੰਦੀ ਤੇ ਸ਼ੈਲੀ ਤੋਂ ਬਿਨਾਂ ਉੱਪਰਲੇ ਜਿਹੜੇ ਤੱਤ ਆ, ਤਿੰਨੇ ਹੀ ਤੱਤ, ਉਹ ਨਹੀਂ ਹੋ ਸਕਦੇ। ਆਪ ਜਿਹੜਾ ਮੇਨ ਪੁਆਇੰਟ ਆ, ਇਹ ਵਿਚਾਰਾਂ ਦੇ ਪ੍ਰਗਟਾਵੇ ਦਾ ਸਹੀ ਢੰਗ ਹੈ। ਵਿਚਾਰਾਂ ਦੇ ਪ੍ਰਗਟਾਵੇ ਦਾ ਸਹੀ ਢੰਗ ਹੈ। ਹੁਣ ਪਲੈਟੋ ਨੇ ਕੁਝ ਕਿਹਾ ਆ ਕਿ ਜਦੋਂ ਵਿਚਾਰਾਂ ਨੂੰ ਲਿਖਤ ਰੂਪ ਵਿੱਚ ਲਿਖਿਆ ਜਾਂਦਾ ਹੈ ਤਾਂ ਸ਼ੈਲੀ ਬਣ ਜਾਂਦੀ ਹੈ। ਵਿਚਾਰ ਤਾਂ ਮਨ ਵਿੱਚ ਸਾਰਿਆਂ ਦੇ ਆਉਂਦੇ, ਪਰ ਹਰ ਕੋਈ ਲਿਖਤ ਰੂਪ ਵਿੱਚ ਨਹੀਂ ਨਾ ਵਿਚਾਰਾਂ ਨੂੰ ਪੇਸ਼ ਕਰਦਾ, ਉਹ ਆਪਣੇ ਤੱਕ ਹੀ ਰੱਖ ਲੈਂਦਾ, ਆਪਣੇ ਮਨ 'ਚ ਹੀ ਆਉਂਦੇ ਆ। ਹੁਣ ਹਰ ਇੱਕ ਦੇ ਮਨ ਦੇ ਵਿੱਚ ਬਹੁਤ ਸਾਰੇ ਵਿਚਾਰ ਆਉਂਦੇ ਆ, ਸਾਡੇ ਮਨ ਵਿੱਚ ਬੜੇ ਵਿਚਾਰ ਆਉਂਦੇ ਆ, ਪਰ ਅਸੀਂ ਇਹ ਥੋੜ੍ਹੀ ਕਿ ਰਾਈਟਰ ਬਣ ਜਾਂਦੇ ਹਰ ਕੋਈ। ਜਿਹੜਾ ਵਿਚਾਰਾਂ ਨੂੰ ਲਿਖਤ ਰੂਪ ਦਿੰਦਾ ਆ ਉਹੀ ਸਾਹਿਤਕਾਰ ਹੁੰਦਾ ਆ। ਅਸੀਂ ਕੀ ਆ, ਅਸੀਂ ਸੋਚਦੇ ਅਸੀਂ ਵੀ ਆ, ਸਾਡੇ ਮਨ ਵਿੱਚ ਵੀ ਕਲਪਨਾ, ਸਾਡੇ ਕੋਲ ਵੀ ਬੁੱਧੀ ਤੱਤ ਹੈਗਾ ਆ, ਸਾਡੇ ਕੋਲ ਵੀ ਭਾਵ ਹੈਗੇ ਆ, ਪਰ ਅਸੀਂ ਉਹ ਭਾਵ ਜਿਹੜੇ ਆ, ਉਹ ਫੀਲਿੰਗ ਜਿਹੜੀ ਆ ਕਿਸੇ ਦੇ ਸਾਹਮਣੇ ਪੇਸ਼ ਨਹੀਂ ਕਰਦੇ ਲਿਖਤ ਰੂਪ ਵਿੱਚ। ਅਸੀਂ ਬੋਲ ਕੇ ਜ਼ਰੂਰ ਦੱਸ ਦਿੰਦੇ ਹਾਂ, ਅਸੀਂ ਲਿਖਤ ਰੂਪ ਵਿੱਚ ਪੇਸ਼ ਨਹੀਂ ਕਰਦੇ। ਜਿਹੜਾ ਵਿਅਕਤੀ ਲਿਖਤ ਰੂਪ ਵਿੱਚ ਪੇਸ਼ ਕਰ ਦਿੰਦਾ ਉਹ ਸਾਹਿਤਕਾਰ ਹੁੰਦਾ ਆ। ਤੇ ਉਹ ਜਿਹੜੀ ਲਿਖਤ ਹੁੰਦੀ ਆ ਉਹਨੂੰ ਸਾਹਿਤ ਬੋਲਿਆ ਜਾਂਦਾ ਹੈ। ਉਹ ਸਾਹਿਤ ਫਿਰ ਉਹਦੇ ਜਦੋਂ ਉਹ ਸਾਹਿਤ ਪੜ੍ਹਦੇ ਆ ਕੋਈ, ਉਹਨਾਂ ਦੇ ਮਨ 'ਤੇ ਜੋ ਵੀ ਸਾਹਿਤਕਾਰ ਦੇ ਮਨ ਦੇ ਪ੍ਰਭਾਵ ਆ ਉਹ ਉਹਨਾਂ ਨੂੰ ਸਮਝ ਆਉਂਦਾ ਆ, ਉਹਨੂੰ ਲੱਗਦਾ ਕਿ ਉਹ ਮੇਰੇ ਹੀ ਮਨ ਦੇ ਭਾਵ ਆ ਸਾਰੇ। ਹੁਣ ਆਪਾਂ ਸ਼ੈਲੀ ਤੱਤ ਦੀ ਗੱਲ ਕਰਦੇ ਸੀਗੇ ਕਿ ਜਦੋਂ ਵਿਚਾਰਾਂ ਨੂੰ ਲਿਖਤ ਰੂਪ ਵਿੱਚ ਪ੍ਰਗਟ ਕੀਤਾ ਜਾਂਦਾ ਆ ਤੇ ਉਹ ਸ਼ੈਲੀ ਬਣ ਜਾਂਦੀ ਹੈ। ਅਕੋਰਡਿੰਗ ਟੂ ਪੌਪ, ਇਹ ਬਹੁਤ ਇੰਪੋਰਟੈਂਟ ਲਾਈਨ ਆ ਕਿ ਸ਼ੈਲੀ ਵਿਚਾਰਾਂ ਦੀ ਪੁਸ਼ਾਕ ਹੈ। ਆਪਾਂ ਉੱਤੇ ਕਿਹਾ ਸਾਹਿਤ ਦਾ ਸਰੀਰ ਆ, ਇਹ ਵਿਚਾਰਾਂ ਦੀ ਪੁਸ਼ਾਕ ਹੈ। ਕਈ ਵਾਰੀ ਇੱਕ ਨੰਬਰ ਦੇ ਵਿੱਚ ਇਦਾਂ ਦਾ ਕੁਐਸਚਨ ਆ ਜਾਂਦਾ ਹੁੰਦਾ। ਅੱਗੇ ਹੈਗਾ ਆ ਸਾਹਿਤ ਦਾ ਪ੍ਰਯੋਜਨ ਕੀ ਆ, ਮੰਤਵ ਕੀ ਆ। ਹੁਣ ਹਰ ਚੀਜ਼ ਜਿਹੜੀ ਆ, ਕੋਈ ਵੀ ਚੀਜ਼ ਆ, ਉਹਦਾ ਕੋਈ ਨਾ ਕੋਈ ਮੰਤਵ ਜ਼ਰੂਰ ਹੁੰਦਾ ਆ। ਸਭ ਤੋਂ ਪਹਿਲਾਂ ਇਹਨੂੰ ਇੱਦਾਂ ਹੀ ਸਟੈਪ ਵਾਈਜ਼ ਹੀ ਅਸੀਂ ਯਾਦ ਕਰਨਾ ਆ। ਪਹਿਲਾ ਪ੍ਰਯੋਜਨ, ਕਈ ਵਾਰੀ ਕੁਐਸਚਨ ਆ ਜਾਂਦਾ ਕਿ ਪਹਿਲੇ ਨੰਬਰ 'ਤੇ ਕੀ ਆਉਣਾ, ਦੂਜੇ, ਤੀਜੇ, ਚੌਥੇ ਨੰਬਰ 'ਤੇ ਕੀ ਆਉਣਾ। ਸਾਹਿਤ ਦਾ ਪ੍ਰਯੋਜਨ ਦਾ ਮੰਤਵ ਕੀ ਆ। ਅਸੀਂ ਉਲਟ ਪੁਲਟ ਨਹੀਂ ਇਹਨੂੰ ਲਿਖਣਾ, ਜੋ ਹੈਗਾ ਇੱਦਾਂ ਹੀ ਲਿਖਣਾ। ਸਭ ਤੋਂ ਪਹਿਲਾਂ ਸੱਚ ਦਾ ਪ੍ਰਗਟਾਵਾ। ਸਭ ਤੋਂ ਪਹਿਲਾ ਮੰਤਵ ਕੀ ਆ, ਸੱਚ ਦਾ ਪ੍ਰਗਟਾਵਾ। ਜੋ ਵੀ ਸੱਚਾਈ ਆ, ਜੋ ਦੁਨੀਆ ਦੀ ਸੱਚਾਈ ਆ, ਜੋ ਸਾਹਿਤਕਾਰ ਦੇ ਮਨ ਦੀ ਸੱਚਾਈ ਆ, ਉਹਨੂੰ ਪ੍ਰਗਟਾਉਂਦਾ ਆ। ਨੈਕਸਟ ਸਾਹਿਤ ਦਾ ਮੰਤਵ ਕੀ ਆ। ਅੱਛਾ, ਪਹਿਲਾ ਮੰਤਵ ਕਲੀਅਰ ਹੋ ਗਿਆ ਕਿ ਸਾਹਿਤ ਦਾ ਮੰਤਵ ਕੀ ਆ, ਉਹ ਸਾਹਿਤ ਸੱਚ ਦਾ ਪ੍ਰਗਟਾਵਾ ਕਰਦਾ ਹੈ। ਦੂਸਰਾ ਹੈਗਾ ਆ ਸਾਹਿਤ ਦਾ ਪ੍ਰੇਰਨਾਤਮਕ ਹੋਣਾ। ਸਾਹਿਤ ਕੀ ਆ, ਦੂਜੇ ਨੂੰ ਪ੍ਰੇਰਨਾ ਦਿੰਦਾ। ਇਹਨੂੰ ਐਕਸਪਲੇਨੇਸ਼ਨ ਬਾਅਦ 'ਚ ਤੁਹਾਨੂੰ ਕਰਵਾਉਣੀ ਹੈ। ਤੀਸਰਾ ਵਰਡ ਹੈਗਾ ਕੈਥਾਰਸਿਸ। ਕੈਥਾਰਸਿਸ ਵਰਡ ਜਿਹੜਾ ਆ, ਇਹਦਾ ਮਤਲਬ ਕੀ ਹੁੰਦਾ ਆ ਕਿ ਕਈ ਵਾਰੀ ਸਾਡੇ ਮਨ ਦੇ ਵਿੱਚ ਕੋਈ ਦੁੱਖ ਆ, ਕੋਈ ਪੀੜਾ ਆ, ਅਸੀਂ ਉਹਨੂੰ ਰੋ ਕੇ ਜਾਂ ਕਿਸੇ ਤਰ੍ਹਾਂ ਉਹਨੂੰ ਮਨ 'ਚੋਂ ਬਾਹਰ ਕੱਢ ਦਿੰਦੇ ਆ। ਇਹਦਾ ਅਸਲ 'ਚ ਜਦੋਂ ਮੀਨਿੰਗ ਲਿਖਣਾ ਨਾ, ਇਹਨੂੰ ਲਿਖਣਾ ਵਾਧੂ ਬਲਬਲਿਆਂ ਦਾ ਨਿਕਾਸ। ਨਿਕਾਸ ਮੀਨਸ ਬਾਹਰ ਆਉਣਾ, ਨਿਕਲਣਾ। ਵਾਧੂ ਬਲਬਲੇ, ਜਦੋਂ ਅਸੀਂ ਕੋਈ ਫਿਲਮ ਦੇਖਦੇ ਹਾਂ, ਸਾਡੇ ਮਨ 'ਤੇ ਇੰਨਾ ਪ੍ਰਭਾਵ ਪੈਂਦਾ ਉਸ ਫਿਲਮ ਦਾ, ਅਸੀਂ ਰੋਣ ਲੱਗ ਜਾਂਦੇ ਹਾਂ। ਅਤੇ ਉਹ ਜਿਹੜੇ ਵਾਧੂ ਬਲਬਲੇ ਆ, ਉਹ ਹੰਝੂਆਂ ਦੇ ਰਾਹੀਂ ਸਾਡੇ ਬਾਹਰ ਨਿਕਲ ਜਾਂਦੇ। ਕੈਥਾਰਸਿਸ ਦਾ ਮਤਲਬ ਹੁੰਦਾ ਵਾਧੂ ਬਲਬਲਿਆਂ ਦਾ ਨਿਕਾਸ। ਅਤੇ ਸਾਹਿਤ ਦਾ ਲਾਸਟ ਵਾਲਾ ਪ੍ਰਯੋਜਨ ਆ, ਐਂਡ ਵਾਲਾ ਪ੍ਰਯੋਜਨ ਕੀ ਆ, ਜੀ ਪਰਚਾਵੇਂ ਅਤੇ ਆਨੰਦ ਪ੍ਰਾਪਤੀ। ਸਾਹਿਤ ਪੜ੍ਹਦੇ ਹਾਂ ਅਸੀਂ ਕਹਿੰਦੇ ਹਾਂ, ਜੇ ਮੈਂ ਤੁਹਾਨੂੰ ਪੁੱਛਾਂ ਵੀ ਸਾਹਿਤ ਅਸੀਂ ਕਿਉਂ ਪੜ੍ਹਦੇ ਹਾਂ ਜਾਂ ਫਿਲਮਾਂ ਕਿਉਂ ਦੇਖਦੇ ਹਾਂ, ਤੁਸੀਂ ਇੱਕੋ ਹੀ ਗੱਲ ਕਹਿਣੀ ਹੈ ਕਿ ਜੀ ਪਰਚਾਵੇਂ ਲਈ, ਮਨ ਨੂੰ ਖੁਸ਼ ਕਰਨ ਲਈ। ਅਤੇ ਜਦ ਕਿ ਪਹਿਲਾ ਇਹਦਾ ਪ੍ਰਯੋਜਨ, ਸਭ ਤੋਂ ਪਹਿਲਾ ਮੰਤਵ ਇਹਦਾ ਕੀ ਆ, ਸੱਚ ਦਾ ਪ੍ਰਗਟਾਵਾ। ਦੂਸਰਾ
ਪ੍ਰੇਰਨਾਤਮਕ ਹੋਣਾ ਮਤਲਬ ਸਾਨੂੰ ਪ੍ਰੇਰਨਾ ਮਿਲਦੀ ਆ। ਤੀਜਾ ਵਾਧੂ ਬਲਬਲਿਆਂ ਦਾ ਨਿਕਾਸ ਕਰਨ ਦੇ ਲਈ, ਅਤੇ ਚੌਥਾ ਜੀਵ ਪਰਚਾਵੇਂ ਲਈ ਅਤੇ ਆਨੰਦ ਪ੍ਰਾਪਤੀ ਦਾ ਸਾਧਨ। ਨੈਕਸਟ ਅਸੀਂ ਕਰਦੇ ਹਾਂ ਸੱਚ ਦਾ ਪ੍ਰਗਟਾਵਾ। ਅਸੀਂ ਪਹਿਲੇ ਜਿਹੜਾ ਸੱਚ ਦਾ ਪ੍ਰਗਟਾਵਾ ਇਹਨੂੰ ਹੁਣ ਅਸੀਂ ਐਕਸਪਲੇਨੇਸ਼ਨ ਕਰਾਂਗੇ। ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਹੈ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਈ ਸੀ ਸੱਚ ਕੀ ਵੇਲਾ। ਤੁਹਾਨੂੰ ਗੁਰਬਾਣੀ ਦੇ ਜੇ ਸ਼ਬਦ ਆਉਂਦੇ ਆ ਤਾਂ ਤੁਸੀਂ ਇਹਦੇ ਵਿੱਚ ਇਹ ਲਿਖ ਸਕਦੇ ਆ। ਹੁਣ ਸਾਹਿਤ ਦਾ ਮੰਤਵ ਜਿੱਥੋਂ ਅਸੀਂ ਸਟਾਰਟ ਕਰਨਾ, ਸਾਹਿਤ ਦਾ ਮੰਤਵ ਕੀ ਆ ਕਿ ਜਦ ਅਸੀਂ ਆਪਣੀ ਹੈਡਿੰਗ ਤੋਂ ਹੀ ਲਿਖ ਲਿਆ ਕਿ ਸੱਚ ਦਾ ਪ੍ਰਗਟਾਵਾ ਕਰਨਾ। ਪਹਿਲਾ ਮੰਤਵ ਇਹਦਾ ਹੈਗਾ ਕਿ ਜਿਹੜਾ ਸਮਾਜ ਵਿੱਚ ਲੁਕੇ, ਸਮਾਜ ਵਿੱਚ ਬੜੀਆਂ ਬੁਰਾਈਆਂ ਆ, ਕੁਛ ਛੁਪੇ ਹੋਏ ਸੱਚ ਆ, ਅਤੇ ਸਾਹਿਤਕਾਰ ਹੀ ਇੱਦਾਂ ਦਾ ਹੈ ਜਿਹੜਾ ਉਹਨਾਂ ਸੱਚ ਦਾ ਪ੍ਰਗਟਾਵਾ ਲਿਖਤੀ ਰੂਪ ਵਿੱਚ ਸਾਡੇ ਸਾਹਮਣੇ ਕਰਦਾ ਹੈ। ਲੇਖਕ ਜਿਹੜਾ ਆ ਉਹ ਜ਼ਿੰਦਗੀ ਦੀ ਤਹਿ ਤੱਕ ਪਹੁੰਚ ਜਾਂਦਾ ਇਹ ਸੱਚ ਨੂੰ ਸਾਡੇ ਸਾਹਮਣੇ ਪਹੁੰਚਾਉਣ ਦਾ। ਪਰ ਕਈ ਸਰਕਾਰਾਂ ਆ ਜਿਹੜੀਆਂ ਰਾਜਨੀਤਿਕ ਸੱਚ ਜਾਂ ਕਈ ਤਰ੍ਹਾਂ ਦੇ ਸੱਚ ਆ ਉਹਨਾਂ ਨੂੰ ਦਬਾਉਂਦੀਆਂ ਹਨ। ਮੈਂ ਕੁਛ ਸਤਰਾਂ ਲਿਖੀਆਂ ਆ, ਉਹਦੇ ਹਿਸਾਬ ਨਾਲ ਤੁਸੀਂ ਇਹ ਲਿਖੋਗੇ ਤਾਂ ਜ਼ਿਆਦਾ ਇਫੈਕਟਿਵ ਹੋ ਜਾਊਗਾ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਇਹ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ। ਇਹ ਜਿਹੜੀਆਂ ਸਤਰਾਂ ਆ ਇਹਦੇ ਵਿੱਚ ਤੁਸੀਂ ਕਹਿ ਸਕਦੇ ਆ ਕਿ ਸੱਚ ਦਾ ਪ੍ਰਗਟਾਵਾ ਆ ਕਿ ਮੈਂ ਜੇ ਕੁਛ ਕਿਹਾ ਤਾਂ ਹਨੇਰਾ ਕਿਵੇਂ ਜਰੇਗਾ, ਜੇ ਮੈਂ ਚੁੱਪ ਵੀ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ। ਅਗਲਾ ਹੈਗਾ ਆ ਸਾਹਿਤ ਦਾ ਪ੍ਰੇਰਨਾਤਮਕ ਹੋਣਾ। ਪ੍ਰੇਰਨਾਤਮਕ ਦਾ ਮਤਲਬ ਹੁੰਦਾ ਆ ਕਿਸੇ ਨੂੰ ਪ੍ਰੇਰਨਾ ਦੇਣਾ। ਪ੍ਰੇਰਨਾ ਦੇਣ ਨਾਲ ਜਦੋਂ ਅਸੀਂ ਕਿਸੇ ਨੂੰ ਪ੍ਰੇਰਨਾ ਦਿੰਦੇ ਹਾਂ ਤਾਂ ਬੰਦੇ ਦੇ ਵਿੱਚ ਨਾ ਤਾਕਤ ਆ ਜਾਂਦੀ ਹੈ, ਹਿੰਮਤ ਆ ਜਾਂਦੀ ਹੈ, ਸ਼ਕਤੀ ਉਹਦੇ ਅੰਦਰ ਪੈਦਾ ਹੋ ਜਾਂਦੀ ਹੈ, ਉਦਮੀ ਹੋ ਜਾਂਦਾ ਆ, ਉਹਦੇ ਵਿੱਚ ਆਤਮ ਵਿਸ਼ਵਾਸ ਪੈਦਾ ਹੋ ਜਾਂਦਾ। ਇਹ ਵਾਲੇ ਭਾਵ ਜਿਹੜੇ ਆ ਪਾਠਕਾਂ ਦੇ ਅੰਦਰ ਪੈਦਾ ਕਰਨ ਨੂੰ ਕੀ ਕਹਿੰਦੇ ਆ, ਪ੍ਰੇਰਨਾਤਮਕ, ਪ੍ਰੇਰਨਾ ਦੇਣਾ। ਹੁਣ ਪਾਠਕ ਦੀ ਸ਼ਖਸੀਅਤ ਦਾ ਫਿਰ ਕੀ ਹੁੰਦਾ, ਨਵ ਨਿਰਮਾਣ। ਜਦੋਂ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਆ ਗਈਆਂ, ਮੰਨ ਲਓ ਬੜਾ ਬੰਦਾ ਨਿਟੱਲਾ ਜਿਹਾ ਆ, ਉਹਨੂੰ ਕੁਛ ਨਹੀਂ ਪਤਾ ਲੱਗਦਾ, ਉਹ 'ਚ ਹਿੰਮਤ ਹੈ ਨਹੀਂ ਗੀ, ਅਤੇ ਅਸੀਂ ਉਹਨੂੰ ਇੱਦਾਂ ਦਾ ਸਾਹਿਤ ਉਹਦੇ ਸਾਹਮਣੇ ਰੱਖ ਦੀ, ਇੱਦਾਂ ਦੀ ਫਿਲਮ ਦਿਖਾ ਦੀ ਉਹਦੇ 'ਚ ਜੋਸ਼ ਆ ਜਾਵੇ। ਮੰਨ ਲਓ ਅਸੀਂ ਦੇਸ਼ ਭਗਤੀ ਦੀ ਕੋਈ ਫਿਲਮ ਦਿਖਾਈ ਹੈ, ਸਾਡਾ ਦੇਸ਼ ਨਾਲ ਕੋਈ ਬਹੁਤਾ ਹੈ ਨਹੀਂ ਲਗਾਵ ਮੰਨ ਲਓ, ਅਤੇ ਤੁਸੀਂ ਦੇਸ਼ ਭਗਤੀ ਦੀ ਫਿਲਮ ਦੇਖਦੇ ਆ ਅਤੇ ਤੁਹਾਡੇ ਮਨ ਦੇ ਅੰਦਰ ਕੀ ਹੁੰਦਾ ਆ ਕਿ ਮੈਂ ਵੀ ਆਪਣੇ ਦੇਸ਼ ਲਈ ਕੁਛ ਕਰਨਾ। ਸਾਡੇ ਅੰਦਰ ਫਿਰ ਕਹਿੰਦੇ ਨਵ ਨਿਰਮਾਣ ਹੋ ਗਿਆ, ਕੁਛ ਨਵੀਂ ਚੀਜ਼ ਪੈਦਾ ਹੋ ਗਈ। ਅਤੇ ਇਹਦੇ ਨਾਲ ਇੱਕ ਹੋਰ ਚੀਜ਼ ਮਿਲੀ ਕਿ ਜੋ ਸਾਨੂੰ ਗਿਆਨ ਨਹੀਂ ਸੀਗਾ ਉਹਦੇ ਵਿੱਚ ਵੀ ਵਾਧਾ ਹੋ ਗਿਆ। ਹੁਣ ਪੂਰਨ ਸਿੰਘ ਨੇ ਕੀ ਕਿਹਾ ਆ, ਇਹਦੇ ਤੋਂ ਬਾਅਦ ਮੈਂ ਨੈਕਸਟ ਵਾਲਾ ਤੁਹਾਨੂੰ ਦਿੰਦੀ ਹਾਂ, ਉਹ ਜਲਦੀ ਸੌਖਾ ਕਰਨਾ ਯਾਦ ਕਰਨਾ ਸੌਖਾ ਆ। ਇੱਧਰ ਦੇਖਦੇ ਹਾਂ, ਜੇ ਆਈ ਪਤਝੜ ਤਾਂ ਫਿਰ ਕੀ ਹੈ। ਇਹ ਕਿਹਦੇ ਬਾਰੇ ਆ, ਪ੍ਰੇਰਨਾ ਬਾਰੇ। ਇਹ ਪ੍ਰੇਰਨਾਤਮਕ ਜਿਹੜਾ ਆ ਉਹਦੇ ਬਾਰੇ ਪ੍ਰੇਰਨਾ ਦਿੱਤੀ ਆ ਕਿ ਜੇ ਆਈ ਪਤਝੜ ਤਾਂ ਫਿਰ ਕੀ ਹੈ, ਜੇ ਪਤਝੜ ਆ ਗਈ ਤਾਂ ਫਿਰ ਕੀ ਹੋ ਗਿਆ। ਪਤਝੜ ਤੋਂ ਬਾਅਦ ਤੁਹਾਨੂੰ ਪਤਾ ਫਿਰ ਪੱਤੇ ਨਵੇਂ ਲੱਗਣੇ ਆ। ਤੂੰ ਅਗਲੀ ਰੁੱਤ ਦਾ ਯਕੀਨ ਰੱਖੀ, ਅਗਲੀ ਰੁੱਤ ਦਾ ਯਕੀਨ ਰੱਖੀ ਕਿ ਕਦੀ ਨਾ ਕਦੀ ਤਾਂ ਫਿਰ ਸਾਵਣ ਆਊਗਾ, ਫਿਰ ਦੁਬਾਰਾ ਪੱਤੇ ਆਣਗੇ। ਜੇ ਆਈ ਪਤਝੜ ਤਾਂ ਫਿਰ ਕੀ ਹੈ, ਤੂੰ ਅਗਲੀ ਰੁੱਤ ਦਾ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੇ ਕਲਮਾਂ ਨੂੰ। ਕਲਮਾਂ ਜਿਹੜੀਆਂ ਹੁੰਦੀਆਂ ਜਿੱਦਾਂ ਅਸੀਂ ਕੋਈ ਕਲਮ ਬੀਜ ਦਿੰਦੇ ਆ ਫੁੱਲਾਂ ਦੀਆਂ ਕਲਮਾਂ ਨੂੰ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਇਹ ਪ੍ਰੇਰਨਾ ਆ, ਇਹ ਸਾਨੂੰ ਪ੍ਰੇਰਨਾ ਦਿੰਦੀ ਹੈ। ਇਹਦੇ ਵਿੱਚ ਕੀ ਲਿਖਿਆ ਹੋਇਆ ਕਿ ਜੇ ਪਤਝੜ ਆ ਗਈ, ਜੇ ਅੱਜ ਦੁਨੀਆ ਦੇ ਵਿੱਚ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆ, ਕੋਈ ਕਸ਼ਟ ਆ, ਅਤੇ ਤੂੰ ਉਹਦੇ ਨਾਲ ਹਾਰਨਾ ਨਹੀਂ ਆ। ਇਹ ਪ੍ਰੇਰਨਾ ਦੇ ਰਿਹਾ ਸਾਹਿਤ, ਕਹਿੰਦਾ ਕਿ ਮੈਂ ਲੱਭ ਕੇ ਲਿਆਉਣਾ ਕਿਤੇ ਕਲਮਾਂ ਨੂੰ। ਐਗਜ਼ਾਮਪਲ ਦੇ ਕੇ ਕਿਹਾ ਆ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਆਸ ਰੱਖੀ। ਅੱਗੇ ਆ ਗਿਆ ਕੈਥਾਰਸਿਸ, ਨਿਕਾਸ, ਵਾਧੂ ਬਲਬਲਿਆਂ ਦਾ ਨਿਕਾਸ। ਜਿਹੜਾ ਅਰਸਤੂ ਆ ਉਹਨੇ ਆਪਣੀ ਬੁੱਕ ਕਾਵਿ ਸ਼ਾਸਤਰ ਜਾਂ ਪੋਇਟਿਕਸ ਦੇ ਵਿੱਚ ਸਾਹਿਤ ਦੇ ਪ੍ਰਯੋਜਨ ਨੂੰ ਕੈਥਾਰਸਿਸ ਮੰਨਿਆ ਹੈ, ਮਤਲਬ ਵਾਧੂ ਬਲਬਲਿਆਂ ਦਾ ਨਿਕਾਸ। ਆ ਦੇਖੋ ਅਰਥ ਇੱਥੇ ਲਿਖਿਆ ਹੋਇਆ। ਅੱਗੇ ਅਰਸਤੂ ਦਾ ਭਾਵ ਕੀ ਹੈ, ਅਰਸਤੂ ਕੀ ਕਹਿਣਾ ਚਾਹੁੰਦਾ ਹੈ। ਕਿ ਯੂਨਾਨੀ ਹੈਗਾ ਆ ਇਹ ਸਾਹਿਤਕਾਰ, ਉਹ ਦੱਸਣਾ ਚਾਹੁੰਦਾ ਹੈ ਕਿ ਅਰਸਤੂ ਦਾ ਮਤਲਬ ਆ ਕਿ ਆਤਮਾ ਦੀ ਸ਼ੁੱਧੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਜਦੋਂ ਤੁਸੀਂ ਕੋਈ ਫਿਲਮ ਦੇਖ ਕੇ, ਕੋਈ ਸਾਹਿਤ ਪੜ੍ਹ ਕੇ ਆਪਣੇ ਆਂਸੂ ਬਾਹਰ ਕੱਢ ਲੈਂਦੇ ਆ, ਰੋਣ ਲੱਗ ਜਾਂਦੇ ਅਸੀਂ, ਤਾਂ ਸਾਡੀ ਆਤਮਾ ਜਿਹੜੀ ਹੈ ਥੋੜ੍ਹੇ ਟਾਈਮ ਤੋਂ ਬਾਅਦ ਸ਼ੁੱਧ ਹੋ ਜਾਂਦੀ ਹੈ। ਕਈ ਵਾਰੀ ਕੁਛ ਇੱਦਾਂ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ, ਪਰ ਉੱਥੇ ਸਾਹਮਣੇ ਦੇਖ ਕੇ ਸਾਨੂੰ ਲੱਗਦਾ ਕਿ ਤਾਂ ਮੇਰੇ ਨਾਲ ਹੀ ਹੋਈਆਂ ਇਹ ਚੀਜ਼ਾਂ, ਤਾਂ ਮੈਂ ਹੀ ਬੈਠਾ ਉੱਥੇ। ਅਤੇ ਉਦੋਂ ਕੀ ਹੁੰਦਾ ਆ, ਸਾਡੀ ਆਤਮਾ ਦੀ ਸ਼ੁੱਧੀ ਹੋ ਜਾਂਦੀ ਆ। ਦੁਖੀ ਮਨ, ਜੇ ਮਨ ਦੁਖੀ ਆ ਅਤੇ ਉਹਦੀ ਹਵਾੜ ਕੱਢਣ ਨੂੰ ਹਵਾੜ ਨਿਕਲ ਜਾਂਦੀ ਆ ਅਤੇ ਮਨ ਸ਼ਾਂਤ ਹੋ ਜਾਂਦਾ ਆ। ਵਿਅਕਤੀ ਦਾ ਮਨ ਸ਼ਾਂਤ ਹੋ ਜਾਂਦਾ ਅਤੇ ਉਹਦਾ ਮਾਨਸਿਕ ਸੰਤੁਲਨ ਬਣ ਜਾਂਦਾ ਆ। ਮਾਨਸਿਕ ਸੰਤੁਲਨ ਜਿਹੜਾ ਆ ਉਹ ਬਣ ਜਾਂਦਾ ਆ। ਨੈਕਸਟ ਹੈਗਾ ਆ ਲਾਸਟ ਵਾਲਾ, ਜੀਵ ਪਰਚਾਵੇਂ ਅਤੇ ਆਨੰਦ ਪ੍ਰਾਪਤੀ ਦਾ ਸਿਧਾਂਤ।
ਇਹਦੇ ਵਿੱਚ ਕੀ ਆ, 19ਵੀਂ ਸਦੀ ਵਿੱਚ ਫਰਾਂਸ ਯੂਰਪ ਵਿੱਚ ਮੰਨਿਆ ਜਾਂਦਾ ਸੀ। 19ਵੀਂ ਸਦੀ ਦੇ ਵਿੱਚ ਫਰਾਂਸ ਯੂਰਪ ਦੇ ਵਿੱਚ ਮੰਨਿਆ ਜਾਂਦਾ ਕੀ ਸੀ ਕਿ ਸਾਹਿਤ ਸਿਰਫ ਮਨ ਪਰਚਾਵੇਂ ਦਾ ਸਾਧਨ। ਹੁਣ ਸਾਨੂੰ ਵੀ ਕੋਈ ਪੁੱਛ ਲਵੇ ਵੀ ਅਸੀਂ ਫਿਲਮਾਂ ਕਿਉਂ ਦੇਖਦੇ ਹਾਂ, ਅਸੀਂ ਕੋਈ ਚੀਜ਼ ਕਿਉਂ ਪੜ੍ਹਦੇ ਹਾਂ, ਅਸੀਂ ਆਪਣੇ ਮਨ ਨੂੰ ਪਰਚਾਉਣ ਲਈ, ਕਿਉਂਕਿ ਇਹ ਮਨ ਪਰਚਾਵੇਂ ਦਾ ਸਾਧਨ ਆ। ਨੈਕਸਟ ਜਿਹੜਾ ਆ ਮਨ ਪਰਚਾਵੇਂ ਦਾ ਸਾਧਨ, ਇਹਦੇ ਵਿੱਚ ਮੈਂ ਤੁਹਾਨੂੰ ਥੋੜ੍ਹੀ ਜਿਹੀ ਹੋਰ ਵਰਡਿੰਗ ਦੱਸ ਦਿੰਦੀ ਹਾਂ। ਇਹਦੇ ਵਿੱਚ ਤੁਸੀਂ ਕੀ ਲਿਖ ਸਕਦੇ ਆ ਕਿ ਜਦੋਂ ਅਸੀਂ ਕੋਈ ਚੀਜ਼ ਦੇਖਦੇ ਹਾਂ, ਕੋਈ ਸਾਹਿਤ ਪੜ੍ਹਦੇ ਹਾਂ, ਉਹਦੇ ਨਾਲ ਸਾਡਾ ਜਿਹੜਾ ਆ ਮਨ ਜਿਹੜਾ ਆ ਉਹ ਖੁਸ਼ ਹੁੰਦਾ ਆ, ਦਿਲ ਨੂੰ ਬੜਾ ਵਧੀਆ ਲੱਗਦਾ ਆ, ਸਾਨੂੰ ਆਨੰਦ ਮਿਲਦਾ ਆ। ਇਸ ਤਰ੍ਹਾਂ ਜਿਹੜਾ ਸਾਹਿਤ ਆ ਉਹ ਮਨ ਪਰਚਾਵੇਂ ਦਾ ਸਾਧਨ ਆ। ਇਹਦੇ ਤੋਂ ਬਾਅਦ ਤੁਸੀਂ ਇਹਦੇ ਵਿੱਚ ਅਸੀਂ ਕੀ ਪੜ੍ਹਿਆ ਆ, ਦੁਬਾਰਾ ਇੱਕ ਵਾਰੀ ਦੇਖ ਲੈਂਦੇ ਆ। ਇਹ ਸਾਹਿਤ ਦੇ ਇੱਕ ਸਾਧਨ ਆ ਜਿਸ ਰਾਹੀਂ ਮਤਲਬ ਸਾਹਿਤ ਦੀ ਭੂਮਿਕਾ ਲਿਖਣੀ ਆ, ਫਿਰ ਅਰਥ ਲਿਖ ਦੇਣਾ ਉਹਦਾ, ਲਿਟਰਲ ਮੀਨਿੰਗ, ਫਿਰ ਸਾਹਿਤ ਦੀਆਂ ਕਿਸਮਾਂ ਹੋ ਗਈਆਂ, 3 ਜਣਿਆਂ ਨੇ ਇਹਦੇ ਆਪਣੇ ਆਪਣੇ ਤਰੀਕੇ ਨਾਲ ਕਿਸਮਾਂ ਦਿੱਤੀਆਂ। ਫਿਰ ਨੈਕਸਟ ਆ ਗਿਆ ਡੈਫੀਨੇਸ਼ਨਸ ਹੋ ਗਈਆਂ ਉਹਦੀਆਂ, ਫਿਰ ਉਹਦੀਆਂ ਡੈਫੀਨੇਸ਼ਨਸ ਦਾ ਆਪਾਂ ਨਿਚੋੜ ਜਾਂ ਸਿੱਟਾ ਕੱਢ ਲਿਆ। ਫਿਰ ਉਹਦੇ ਰਚਨਾਤਮਕ ਤੱਤ ਜਿਹੜੇ 4 ਤੱਤ ਸੀ ਉਹਦੇ ਬਾਰੇ ਆਪਾਂ ਗੱਲ ਕੀਤੀ ਆ। ਉਸ ਤੋਂ ਬਾਅਦ ਸਾਹਿਤ ਦਾ ਪ੍ਰਯੋਜਨ ਜਾਂ ਮੰਤਵ, ਤੇ ਇਹਦੇ ਤੋਂ ਬਾਅਦ ਲਾਸਟ ਵਿੱਚ ਤੁਸੀਂ ਇਹ 4ਾਂ ਦੀ ਗੱਲ ਕਰਕੇ ਤੁਸੀਂ ਸਿੱਟਾ ਲਿਖ ਸਕਦੇ ਆ। ਸਿੱਟਾ ਕਿੱਦਾਂ ਲਿਖਣਾ ਆ, ਸਿੱਟੇ ਦੇ ਵਿੱਚ ਜਿਹੜੇ ਸਾਰਾ ਨਿਚੋੜ ਆ, ਮੰਨ ਲਓ ਇੱਥੋਂ ਸ਼ੁਰੂ ਕਰ ਲਈ, ਕੋਈ ਲਾਈਨ ਕਿਤੇੋਂ ਲੈ ਲਈ, ਕੋਈ ਕਿਤੇੋਂ, ਮਤਲਬ ਜੋ ਤੁਹਾਨੂੰ ਸਮਝ ਆਇਆ, ਜੋ ਵੀ ਤੁਹਾਡੇ ਮਨ ਵਿੱਚ ਨਿਚੋੜ। ਮੰਨ ਲਓ ਮੈਂ ਸਿੱਟਾ ਬਣਾਉਣਾ ਆ ਤੇ ਮੈਂ ਕੀ ਲਿਖੂੰਗੀ ਕਿ ਸਾਹਿਤ ਕੀ ਆ ਮਨ ਦੇ, ਇੱਥੋਂ ਮੰਨ ਲਓ ਮੈਂ ਇੱਥੋਂ ਸ਼ੁਰੂ ਕਰ ਲੈਂਦੀ ਆ ਕਿ ਇਹਦੇ ਤੋਂ ਕੀ ਸਾਨੂੰ ਜਿਹੜਾ ਪੜ੍ਹ ਕੇ ਕੀ ਪਤਾ ਲੱਗਦਾ ਹੈ ਕਿ ਸਾਹਿਤ ਦਾ ਪ੍ਰਯੋਜਨ ਬਾਰੇ ਲਿਖ ਦਾਂਗੇ। ਸਾਹਿਤ ਦੇ 4 ਤੱਤ ਹੁੰਦੇ ਆ, ਭਾਵ ਤੱਤ, ਬੁੱਧੀ ਤੱਤ, ਕਲਪਨਾ ਤੱਤ, ਸ਼ੈਲੀ ਤੱਤ, ਇਹ ਸਾਰੇ ਬਹੁਤ ਜ਼ਰੂਰੀ ਆ। ਸਾਹਿਤ ਜਿਹੜਾ ਹੈ ਅਨੁਭਵਾਂ ਦਾ, ਮੈਂ ਕਿਤੋਂ ਲਾਈਨ ਲੈ ਲਈ, ਅਨੁਭਵਾਂ ਦਾ ਸ਼ਾਬਦਿਕ ਪ੍ਰਗਟਾਵਾ ਹੈ, ਜ਼ਿੰਦਗੀ ਦੇ ਸੱਚ ਨੂੰ ਸਮਾਜ ਕਲਿਆਣ ਵਿੱਚ ਵਰਤਦੇ ਆ। ਜਾਂ ਸਾਹਿਤ ਦੇ ਪ੍ਰਯੋਜਨ ਦੀਆਂ 1-2 ਲਾਈਨਾਂ, ਸਾਹਿਤ ਸੱਚ ਦਾ ਪ੍ਰਗਟਾਵਾ ਕਰਦਾ ਆ, ਇਹ ਸਾਨੂੰ ਪ੍ਰੇਰਨਾ ਦਿੰਦਾ। ਮਤਲਬ ਇਹਨੂੰ ਸ਼ਾਰਟਕੱਟ ਦੇ ਵਿੱਚ ਕਰਕੇ ਅਸੀਂ ਇੱਕ ਅੱਧਾ ਪੈਰਾ ਬਣਾ ਕੇ ਇਹਦਾ ਜਿਹੜਾ ਆ ਪੂਰਾ ਅਸੀਂ ਸਾਰੰਸ਼ ਲਿਖ ਸਕਦੇ ਹਾਂ। ਥੈਂਕ ਯੂ ਜੀ।